ਦੇ ਲੋਕਾਂ ਵੱਲੋਂ ਸਿੰਘੂ ਕੁੰਡਲੀ ਤੇ ਟਿਕਰੀ ਬਾਰਡਰ ਦੇ ਉੱਤੇ ਡੇਰੇ ਲਾਏ ਹੋਏ ਨੇ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਤੇ ਐਮਐਲਏਜ਼ ਵੀ ਜਿਹੜੇ ਨੇ ਕਿਸਾਨੀ ਬਿੱਲਾਂ ਦੇ ਵਿਰੋਧ ਦੇ ਵਿੱਚ ਜੰਤਰ ਮੰਤਰ ਦੇ ਉੱਤੇ ਪਿਛਲੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਨੇ। 24 ਘੰਟੇ ਚੱਲ ਰਹੇ ਇਸ ਧਰਨੇ ਦੀ ਦੇਖਰੇਖ ਜਾਂ ਕਹਿ ਲਓ ਕਿ ਇਸ ਧਰਨੇ ਦੀ ਸ਼ੁਰੂਆਤ ਜਿਹੜੀ ਸੀ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਹੋਣਾ ਦੇ ਨਾਲ ਵੱਲੋਂ ਕੀਤੀ ਗਈ ਸੀ। ਸਾਡੇ ਨਾਲ ਮੌਜੂਦ ਨੇ ਬਿੱਟੂ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਤੁਹਾਡਾ ਔਨ 에ਅਰ ਇਹ ਤਾਂ ਮੈਂ ਕਹਿ ਰਿਹਾ ਵੀ ਇਹ ਜਨਮੀ ਜਿਹੜਾ ਇਹ ਸਾਰੀ ਉਮਰ ਇਹ ਜਿਹੜੇ ਗੋਦੀ ਮੀਡੀਆ ਨੇ ਲੋਟ ਹੀ ਨਹੀਂ ਆਉਂਦਾ ਸੀ। ਇਹ ਤੁਸੀਂ ਔਨ 에ਅਰ ਇੱਕ ਦੋ ਹੋਰ ਇਹਨਾਂ ਨੇ ਇਹਨਾਂ ਦੀ ਐਸੀ ਤੈਸੀ ਆ ਜਿਹੜੀ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਵੀ ਕਿਵੇਂ ਚਲਾਈਏ। ਇਹਨਾਂ ਦੀ ਐਸੀ ਤੈਸੀ ਦਿੱਤੀ। ਤੁਹਾਨੂੰ ਮੁਬਾਰਕ। ਤੇ ਕਿਸਾਨ ਮਜ਼ਦੂਰ ਕਿਸਾਨ ਲੀਡਰਾਂ ਦੀ ਜਿਹੜੀ ਗੱਲ ਆ ਦੁਨੀਆ ਤੇ ਪਾਰਲੀਮੈਂਟਾਂ ਹਿੱਲ ਗਈਆਂ ਦੂਜੇ ਦੀ, ਇਹ ਤੁਹਾਡੇ ਕਰਕੇ ਹੋਇਆ। ਤੁਹਾਨੂੰ ਇਸ ਗੱਲ ਦੀ ਪਹਿਲਾਂ ਸਭ ਤੋਂ ਵਧਾਈ, ਕਿਉਂਕਿ ਪੰਜਾਬ ਦਾ ਦਰਦ ਪੰਜਾਬੀ ਉਹ ਜਾਣ ਸਕਦਾ। ਤੇ ਇਸ ਕਰਕੇ ਤੁਸੀਂ ਉੱਥੇ ਨਾ ਕਰੋਨਾ ਦੀ ਪਰਵਾਹ ਨਾ, ਕਿਉਂਕਿ ਕਰਨੀ ਵੀ ਕੀ ਹੈ ਜਦੋਂ ਆਪਾਂ ਤਾਂ ਆਪਣਾ ਪੰਜਾਬ ਹੀ ਇੱਕ ਸਮਝ ਆਪਣੀ ਮਾਂ ਹੀ ਚਲੀ ਜਾਂਦੀ, ਜੇ ਚਲੀ ਜਾਏ ਤਾਂ ਆਪਾਂ ਜੋ ਕੇ ਵੀ ਕੀ ਕਰਨਾ। ਇਸ ਕਰਕੇ ਤੁਹਾਨੂੰ ਮੱਕੜ ਸਾਹਿਬ ਨੂੰ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਚਲੋ ਸਾਡੇ ਕੋਲ ਵੀ ਅੱਜ ਆਏ ਹੋ ਕਿਉਂਕਿ ਕਈ ਵਾਰ ਇਹ ਹੁੰਦਾ ਤੁਹਾਡਾ ਪਿਆਰ ਹੀ ਇੰਨਾ ਸੀ ਉਹਨਾਂ ਦੇ ਨਾਲ। ਮੈਂ ਮਾਫੀ ਮੰਗਦਾ ਵੀ ਕਈ ਵਾਰ ਗੁੱਸਾ ਵੀ ਕਰ ਜਾਂਦੇ ਆ ਵੀ ਇਹ ਪੋਲੀਟੀਕਲ ਪਾਰਟੀਆਂ ਦੀ ਕਿਉਂ ਇੰਟਰਵਿਊਆਂ ਕਰਦੇ ਆ, ਪਰ ਅਸੀਂ ਬਿਲਕੁਲ ਤੁਹਾਡੇ ਚੈਨਲ ਤੇ ਨਾ ਕੋਈ ਸਿਆਸਤ ਦਾ ਮਤਲਬ ਕਿਸਾਨਾਂ ਨੂੰ ਤੇ ਕਿਸਾਨ ਲੀਡਰਾਂ ਨੂੰ ਸਮਰਪਿਤ ਹੋ ਕੇ ਜੋ ਵੀ ਗੱਲ ਕਰੂੰਗਾ ਉਹ ਕਰੂੰਗਾ। ਕਿਉਂਕਿ ਅਸੀਂ ਕਿਸਾਨ ਤਾਂ ਬਹਿ ਹੀ ਗਏ ਸੀ ਜੀ। ਸਾਡਾ ਇਹ ਸੀ ਵੀ ਸਾਨੂੰ ਕਿਤੋਂ ਮਾੜਾ ਮੋਟਾ ਪਿਣਕ ਪੈ ਗਈ ਵੀ ਕਿਤੋਂ ਇਹ ਜਿਹੜਾ ਵਿੰਟਰ ਸੈਸ਼ਨ ਆ, ਕਿਉਂਕਿ 1952 ਤੋਂ ਬਾਅਦ ਕਦੇ ਹੋਇਆ ਨਹੀਂ ਵੀ ਐ ਹੋਵੇ ਵੀ ਸੈਸ਼ਨ ਹੀ ਨਾ ਹੋਵੇ। ਸੈਸ਼ਨ ਹੀ ਰੱਦ ਕਰ ਅਸੀਂ ਉਸ ਕਰਕੇ ਪਹਿਲਾਂ ਉਰੇ ਬਹਿ ਗਏ। ਸਾਨੂੰ ਇਹ ਗੱਲ ਪਤਾ ਲੱਗੀ, ਅਸੀਂ 10 ਦਿਨ ਪਹਿਲਾਂ ਉਦੋਂ ਉਹੀ ਗੱਲ ਹੋਈ। ਅਸੀਂ ਵਿੰਟਰ ਸੈਸ਼ਨ ਦੀ ਡਿਮਾਂਡ ਕਰਨ ਬੈਠੇ ਸੀ ਵੀ ਉੱਥੇ ਗੱਲ ਹੋਊਗੀ ਕਿਸਾਨਾਂ ਦੀ, ਤੇ ਮੋਦੀ ਸਾਹਿਬ ਨੂੰ ਜਵਾਬ ਨਹੀਂ ਆਉਣਾ। ਜਨਾਬ ਨੇ ਦਾੜੀ ਵਾਲਿਆਂ ਨੇ ਟੈਗੋਰ ਸਾਹਿਬ ਨੇ ਸੈਸ਼ਨ ਹੀ ਆ ਜਿਹੜਾ ਉਹ ਕੈਂਸਲ ਕਰਤਾ। ਅੱਛਾ ਬਿੱਟੂ ਜੀ, ਇੱਕ ਗੱਲ ਦੱਸਿਓ, ਮਸਲਾ ਪੰਜਾਬ ਦਾ ਸੀ, ਪੰਜਾਬ ਦੀ ਜ਼ਮੀਨ ਦਾ ਸੀ। ਤੁਹਾਨੂੰ ਲੱਗਦਾ ਹੈ ਕਿ ਜੇ ਸਾਡੇ ਸਿਆਸਤਦਾਨਾਂ ਨੇ ਇੰਨਾ ਕੁ ਵਜੂਦ ਆਮ ਲੋਕਾਂ 'ਚ ਰੱਖਿਆ ਹੁੰਦਾ ਕਿ ਉਹ ਲੋਕਾਂ ਨੂੰ ਭਰੋਸਾ ਹੁੰਦਾ ਸਾਡੇ ਸਿਆਸਤਦਾਨਾਂ ਦੇ ਉੱਤੇ, ਚਾਹੇ ਮੈਂਬਰ ਪਾਰਲੀਮੈਂਟ ਨੇ ਚਾਹੇ ਐਮਐਲਏ ਨੇ, ਤਾਂ ਅੱਜ ਜਿੱਥੇ ਸਟੇਜ ਲੱਗੀ ਹੈ ਲੋਕ ਸਾਡੇ ਪੰਜਾਬ ਦੇ ਸਿਆਸਤਦਾਨਾਂ ਨੂੰ ਵੀ ਕਹਿੰਦੇ ਕਿ ਭਾਈ ਤੁਸੀਂ ਵੀ ਆਓ, ਸਟੇਜ ਤੁਹਾਡੀ ਵੀ ਹੈ। ਪਰ ਮਸਲਾ ਹੁਣ ਅਜਿਹਾ ਹੋ ਗਿਆ ਕਿ ਸਿਆਸਤਦਾਨਾਂ ਨੂੰ ਵੱਖਰੇ ਧਰਨੇ ਲਾਉਣੇ ਪੈ ਰਹੇ ਨੇ। ਇਹਦੀ ਵਜ੍ਹਾ ਕੀ ਮੰਨਦੇ ਹੋ? ਦੇਖੋ, ਸਭ ਤੋਂ ਵੱਡੀ ਵਜ੍ਹਾ ਸਿਆਸਤ ਤਾਂ ਸਿਆਸਤ ਹੀ ਹੁੰਦੀ ਆ, ਉਹਨੂੰ ਮੰਨਣਾ ਵੀ ਪਊਗਾ। ਪੋਲੀਟੀਕਲ ਪਾਰਟੀਆਂ ਹੀ ਹੁੰਦੀਆਂ, ਚਾਹੇ ਲੋਕਾਂ ਚੋਂ ਨਿਕਲਦੀਆਂ ਲੋਕਾਂ ਦੇ ਵਿੱਚੋਂ ਹੀ ਲੀਡਰ ਹੁੰਦੇ ਆ। ਇੱਥੇ ਇੱਕ ਗੱਲ ਜਿਹੜੀ ਵਿਸ਼ੇਸ਼ ਹੋਈ ਵੀ ਪਹਿਲੇ ਦਿਨ ਤੋਂ ਜਦੋਂ ਪੰਜਾਬ 'ਚ ਧਰਨੇ ਲੱਗੇ ਤਾਂ ਤੁਸੀਂ ਜਿਵੇਂ ਇਹਨਾਂ ਨੇ ਇੱਥੇ ਰੋਕਾਂ ਲਾ ਲੀਆਂ। ਪੰਜਾਬ ਦਾ ਤਾਂ ਆਪਣਾ ਕਿਸਾਨ ਆ, ਸਰਕਾਰ ਉਹਨਾਂ ਕਰਕੇ ਬਣਦੀ ਆ। ਨਾ ਕੈਪਟਨ ਅਮਰਿੰਦਰ ਸਿੰਘ ਨੇ ਕਿਸੇ ਨੂੰ ਟ੍ਰੇਨਾਂ ਰੋਕਣ ਤੋਂ ਰੋਕਿਆ। ਇਹ ਰੋਜ਼ ਸਾਨੂੰ ਕਹਿੰਦੇ ਸੀ ਵੀ ਤੁਸੀਂ ਰੋਕੀਆਂ ਟ੍ਰੇਨਾਂ। ਨਾ ਕਿਸੇ ਨੂੰ ਪੰਪ, ਨਾ ਕਿਸੇ ਨੂੰ ਟੋਲ ਰੋਕਣ ਤੋਂ ਰੋਕਿਆ, ਨਾ ਕਿਸੇ ਨੂੰ ਮਾਲ ਬੰਦ ਕਰਨ ਤੋਂ। ਜਿਹੜੀ ਸਰਕਾਰ ਹੁੰਦੀ ਆ ਉਹ ਇਹੀ ਮਦਦ ਕਰ ਸਕਦੀ ਹੁੰਦੀ ਆ ਨਾ। ਕਾਨੂੰਨ ਦੇ ਤੌਰ ਤੇ ਤੁਸੀਂ ਇਹ ਕਰ ਨਹੀਂ ਸਕਦੇ। ਤੇ ਉਹਨਾਂ ਨੇ ਆਪਣੀਆਂ ਚੁੱਪ ਕਰਕੇ ਅੱਖਾਂ ਮੀਚ ਲੀਆਂ। ਹਾਂ, ਅਸੀਂ ਉਦੋਂ ਪਹਿਲਾਂ ਇਹ ਸਾਤੋਂ ਜ਼ਰੂਰ ਗਲਤੀ ਹੋਈ ਆ, ਲਾ ਲਓ ਵੀ ਅਸੀਂ ਉਸ ਵੇਲੇ ਜਦੋਂ ਰੋਜ਼ ਕਿਸਾਨ ਯੂਨੀਅਨ ਦੇ ਲੀਡਰ ਮੁੱਖ ਮੰਤਰੀ ਨੂੰ ਮਿਲਦੇ ਸੀ, ਜਦੋਂ ਬਿੱਲ ਕੈਂਸਲ ਕੀਤੇ ਗਏ ਵਿਧਾਨ ਸਭਾ 'ਚ, ਉਹ ਤਾਂ ਫਿਰ ਇਹਨਾਂ ਨੇ ਕੀਤੇ ਨਾ, ਸਿਆਸੀ ਪਾਰਟੀਆਂ ਨੇ ਕੀਤੇ। ਤੇ ਸਾਨੂੰ ਉਸ ਵੇਲੇ ਜਿਹੜੀਆਂ ਸਟੇਜਾਂ ਤੇ ਜਾ ਕੇ ਗੱਲ ਕਰਨੀ ਚਾਹੀਦੀ ਸੀ, ਇਹ ਕਹਿਣਾ ਚਾਹੀਦਾ ਸੀ ਵੀ ਅਸੀਂ ਦਿੱਲੀ ਜਾ ਕੇ ਭਾਈ ਚਾਹੇ ਭੁੱਖ ਹੜਤਾਲ, ਮਰਨ ਵਰਤ, ਚਾਹੇ ਕੁਛ ਵੀ ਅਸੀਂ ਕਰਦੇ ਹਾਂ। ਅਸੀਂ ਉਹ ਥੋੜਾ ਗੈਪ ਛੱਡ ਗਏ ਵੀ ਅਸੀਂ ਭਾਈ ਪੰਜਾਬ ਵਾਲਿਆਂ ਨੇ ਜ਼ਿੰਮੇਵਾਰੀ ਹੈ ਜਿਹੜੀ ਉਹ ਨਿਭਾਤੀ। ਤੇ ਇੱਥੇ ਸਾਡੀ ਕੋਈ ਤਾਕਤ ਨਹੀਂ, ਕਿਉਂਕਿ ਮੈਂ ਸਭ ਤੋਂ ਪਹਿਲਾਂ ਬੁਲਾਰਾ ਸੀ ਜਿਹੜਾ ਬੋਲਿਆ ਸੀ। ਤੁਸੀਂ ਮੇਰੀ ਕਦੇ ਵੀ ਸਪੀਚ ਆਪਣੇ ਕੱਢ ਕੇ ਅੱਜ ਹੀ ਜਾ ਕੇ ਸੁਣਿਓ ਵੀ ਪਾਰਲੀਮੈਂਟ 'ਚ ਜਦੋਂ ਇਹ ਬਿੱਲ ਇੰਟਰੋਡਿਊਸ ਕੀਤਾ, ਮੈਂ ਕਿਹਾ ਜੇ ਤੁਸੀਂ ਕਿਸਾਨ ਨੂੰ ਛੇੜੋਗੇ ਨਾ, ਕਿਸਾਨ ਦੇ ਗਲੇ ਨੂੰ ਹੱਥ ਪਾਓਗੇ ਤੇ ਸੜਕਾਂ ਜਾਮ ਹੋਣਗੀਆਂ, ਦਿੱਲੀ ਦਾ ਦੇਸ਼ ਦਾ ਸਾਹ ਬੰਦ ਹੋ ਜੂ। ਤੁਸੀਂ ਇਹ ਗਲਤੀ ਨਾ ਕਰਿਓ। ਇੱਕ ਲਫ਼ਜ਼ ਮੈਂ ਜੋ ਅੱਜ ਤੱਕ ਹੋ ਰਿਹਾ, ਮੈਂ ਕੋਈ ਭਵਿੱਖਬਾਣੀ ਕਰਨ ਵਾਲਾ ਤਾਂ ਨਹੀਂ, ਪਰ ਆਪਾਂ ਨੂੰ ਪਤਾ ਹੀ ਆ ਵੀ ਕਿਸਾਨ ਦੇ ਖੂਨ ਦਾ
ਕੀ ਉਬਾਲਾ ਤੇ ਕੀ ਉਹਦਾ ਰਵੱਈਆ ਏ ਉਹਨਾਂ ਚੋਂ ਤਾਂ ਹੈ ਨਾ। ਤੇ ਚਲੋ ਉਹ ਗੱਲ ਨਹੀਂ ਮੰਨੀ ਗਈ। ਉਦੋਂ ਬਾਅਦ ਉਹਨਾਂ ਨੇ ਅਟੈਕ ਕਰਤਾ ਸਿੱਧਾ ਹੀ ਵੀ ਇਹ ਜਿਹੜੀ ਤਾਕਤ ਆ ਸਾਰੀ ਕਾਂਗਰਸ ਪਾਰਟੀ ਦੀ ਦੇਣ ਆ, ਕਾਂਗਰਸ ਪਾਰਟੀ ਇਹ ਕਰਵਾ ਰਹੀ ਆ ਸਾਰਾ। ਫਿਰ ਇੱਕਦਮ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਫੈਸਲਾ ਲੈਣਾ ਪੈ ਗਿਆ ਵੀ ਜੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਆ, ਉਸ ਵੇਲੇ ਅਕਾਲੀ ਦਲ ਵੀ ਅਲਾਇੰਸ ਸੀਗਾ, ਸਾਰਿਆਂ ਨੇ ਇਹ ਕਿਹਾ ਵੀ ਨਹੀਂ ਬਿਲਕੁਲ ਕਾਂਗਰਸ ਦੀ ਸਪੋਰਟ ਨਹੀਂ, ਅਸੀਂ ਤਾਂ ਜੈਨੂਅਨ ਬਿਲਕੁਲ ਕਾਂਗਰਸੀ ਵੀ ਜਿਹੜੇ ਵੋਟ ਪਾਉਂਦੇ ਆ ਕਰੋੜਾਂ 'ਚ ਉਹ ਕਾਂਗਰਸ ਕਿਸਾਨ ਹੀ ਪਾਉਂਦੇ ਆ, ਅਕਾਲੀ ਦਲ ਨੂੰ ਵੀ ਕਿਸਾਨ ਪਾਉਂਦੇ ਆ, ਆਮ ਆਦਮੀ ਨੂੰ ਵੀ ਕਿਸਾਨ ਪਾਉਂਦੇ। ਉਹ ਤਾਂ ਇੱਕ ਗੱਲ ਅਲੱਗ ਵਿਸ਼ਾ ਰਹਿ ਗਿਆ। ਤੇ ਜਿਵੇਂ ਉਹਨਾਂ ਦੇ ਲੀਡਰਾਂ ਨੂੰ ਠੀਕ ਲੱਗਿਆ ਉਵੇਂ ਮੰਨਣਾ ਪਿਆ, ਤੇ ਜੇ ਨਾ ਮੰਨਦੇ ਫਿਰ ਇਹਦੇ ਵਿੱਚ ਖਰਾਬੀ ਹੁੰਦੀ। ਜੇ ਨਾ ਮੰਨਦੇ ਉਹ ਤਾਂ ਇਹ ਵੀ ਕਹਿੰਦੇ ਸੀ ਵੀ ਬਰਾਬਰ ਆ ਕੇ ਇੱਥੇ ਧਰਨਾ ਲਾ ਲਓ, ਹੋਰ ਸੜਕਾਂ ਬੰਦ ਕਰ ਲਓ, ਕਾਂਗਰਸ ਕਰਦੇ ਅਕਾਲੀ ਦਲ ਕਰਦੇ, ਫਿਰ ਉਹ ਪੋਲੀਟੀਕਲ ਰੰਗ ਆ ਜਾਣਾ ਸੀ, ਟੋਟਲ ਪੋਲੀਟੀਕਲ ਰੰਗ ਆ ਜਾਣਾ ਸੀ। ਅਸੀਂ ਵੀ ਇੱਥੇ ਕੋਈ ਕਾਂਗਰਸ ਦਾ ਝੰਡਾ ਤਾਂ ਨਹੀਂ ਲਾਇਆ, ਇੱਥੇ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ ਸੀਗਾ ਵੀ ਕਿਉਂ ਤੁਸੀਂ ਝੰਡਾ ਨਹੀਂ ਲਾਇਆ। ਪਰ ਨਹੀਂ ਕਾਂਗਰਸ ਵੀ ਭਾਈ ਜਦੋਂ ਹੈ ਹੀ ਸੱਚ, ਜਿਹੜੇ ਉੱਥੇ ਲੋਕ ਬੈਠੇ ਆ ਹਰ ਪਿੰਡ ਦਾ, ਉੱਥੇ ਅਕਾਲੀ ਵੀ ਆ, ਉੱਥੇ ਕਾਂਗਰਸ ਵੀ ਆ, ਸਭ ਇਕੱਠੇ ਹੋ ਕੇ ਬੈਠੇ ਆ। ਪਰ ਇਹਨਾਂ ਨੂੰ ਇਹ ਕਹਿਣ ਦਾ ਬਹਾਨਾ ਨਹੀਂ ਮਿਲ ਸਕਦਾ ਵੀ ਭਾਈ ਕੋਈ ਇੱਥੇ ਸਿਆਸੀ ਬੰਦਾ ਏ। ਪਰ ਅੱਜ ਵੀ ਮੈਂ ਤਾਂ ਇਹ ਗੱਲ ਦਾ ਹਾਮੀ ਆ, ਜੇ ਤੁਸੀਂ ਗੱਲ ਬਹੁਤ ਗੰਭੀਰ ਕੀਤੀ ਆ, ਪਰ ਉਹ ਲੜਾਈ ਜਦੋਂ ਆਲ ਪਾਰਟੀ ਮੀਟਿੰਗ ਹੁੰਦੀ ਸੀ, ਕਿਸਾਨਾਂ ਨਾਲ ਹੁੰਦੀ ਸੀ, ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਉਸ ਵੇਲੇ ਚਾਹੇ ਕੋਈ ਸਟੈਂਡ ਲੈਂਦੇ, ਕੋਈ ਫੈਸਲਾ ਲੈਂਦੇ, ਪਰ ਲੈਣਾ ਚਾਹੀਦਾ ਸੀ ਜਿਹਦੇ ਵਿੱਚ ਮੈਂ ਸਮਝਦਾ ਥੋੜਾ ਡਿਲੇ ਹੋਇਆ। ਅਕਾਲੀ ਦਲ ਤੇ ਉਹ ਵਿਸ਼ਵਾਸ ਨਹੀਂ ਰਿਹਾ, ਬੇਸ਼ੱਕ ਉਹ ਬਾਹਰ ਨਿਕਲੇ ਵੀ ਉਦੋਂ ਭਾਈ ਤੁਸੀਂ ਜਦੋਂ ਇਹ ਬਣੇ ਸੀਗੇ ਬਿੱਲਾਂ ਤੋਂ ਪਹਿਲਾਂ ਆਪਣਾ ਕਮੇਟੀਆਂ ਬਣੀਆਂ ਸੀ ਉਹਦੇ ਚ ਪਹਿਲਾਂ ਨਹੀਂ, ਉਹ ਨਹੀਂ ਜਿਹੜੇ ਆ ਇਹਨਾਂ ਨੇ ਜਿਹੜਾ ਉਹ ਕੀ ਕਹਿੰਦੇ ਆ ਧੱਕੇ ਨਾਲ ਜਿਹੜਾ 3-6 ਮਹੀਨੇ ਪਹਿਲਾਂ ਲਿਆਂਦਾ ਸੀ ਨਾ ਬਿੱਲ ਬਣਨ ਤੋਂ ਪਹਿਲਾਂ ਵੀ, ਚਲੋ ਉਹ ਕਮੇਟੀਆਂ ਨਹੀਂ, ਕਮੇਟੀਆਂ ਦੀ ਵੀ ਮੈਂ ਗੱਲ ਸਾਫ਼ ਕਰ ਦਿੰਦਾ। ਮੁੱਖ ਮੰਤਰੀ ਆਪਣਾ ਜਿਹੜਾ ਉਹ ਚਾਹੇ ਕੁਛ ਉਹਨੂੰ ਕੋਈ ਚੰਗਾ ਕਵੇ ਕੋਈ ਮਾੜਾ ਕਹੇ ਹਰ ਦੀ ਰਾਹ, ਪਰ ਉਹ ਪਤਾ ਇਹ ਆ ਵੀ ਕਦੇ ਝੂਠ ਨਹੀਂ ਬੋਲਦਾ, ਫੌਜੀ ਹੈ ਤੇ ਰਾਜਾ ਹੈ। ਇਹ ਸੱਚਾ ਮੰਨੋ ਚਾਹੇ ਨਾ। 3 ਕਮੇਟੀ ਦੀਆਂ ਮੀਟਿੰਗ ਹੋਈਆਂ, ਪਹਿਲਾਂ ਤਾਂ ਪੰਜਾਬ ਨੂੰ ਪਾਇਆ ਨਹੀਂ, ਮੁੱਖ ਮੰਤਰੀ ਸਾਹਿਬ ਨੇ ਚਿੱਠੀ ਲਿਖੀ ਤਾਂ ਪੰਜਾਬ ਨੂੰ ਪਾਇਆ। ਫਿਰ ਉਹਨਾਂ ਨੇ ਇੱਕ ਫਾਈਨੈਂਸ ਬਾਰੇ ਸੱਦ ਲਈ ਵੀ ਫਾਈਨੈਂਸ ਕਿਵੇਂ ਆ, ਉਹ ਸੱਦ ਕੇ ਉਹ 'ਚ ਮਨਪ੍ਰੀਤ ਗਿਆ, ਉਹ 'ਚ ਫਾਈਨੈਂਸ ਦੀਆਂ ਗੱਲਾਂ ਕੀਤੀਆਂ। ਅਗਲੀ ਉਹਨਾਂ ਨੇ ਅਫਸਰਾਂ ਦੀ ਕਰਤੀ ਵੀ ਅਸੀਂ ਤਾਂ ਇਹ ਲਾਗੂ ਕਰ ਰਹੇ ਹਾਂ। ਚਲੋ ਮੈਂ ਸਮਝਦਾ ਵੀ ਉਹ ਕਮੇਟੀਆਂ ਵੀ ਕੀ ਨੇ, ਇਹ ਤਾਂ ਉਹ ਬਹਾਨੇ ਆ। ਜਦੋਂ ਅਸੀਂ ਪਾਰਲੀਮੈਂਟ 'ਚ ਰੋਕਦੇ ਰਹੇ, ਸਾਰੀਆਂ ਆਪੋਜੀਸ਼ਨ ਪਾਰਟੀਆਂ ਰੋਕਦੀਆਂ ਨੇ, ਜਿਹੜੇ ਉਹਦੇ ਆਪ ਦੇ ਸਾਥੀ ਨੇ, ਚਾਹੇ ਬੈਨੀਵਾਲ ਆ, ਹਨੂੰਮਨ ਬੈਨੀਵਾਲ ਜਿਹੜਾ ਇੱਕ ਜਾਟ ਲੀਡਰ ਆ, ਉਹਦਾ ਸਮਝੌਤਾ ਇਹਨਾਂ ਨਾਲ ਆ, ਚਾਹੇ ਅਕਾਲੀ ਦਲ ਸੀ ਉਹ ਇਹਨਾਂ ਦੇ ਨਾਲ ਸੀ, ਚਾਹੇ ਚਟਾਲੇ ਹੋਣੀ ਵੀ ਨੇ, ਉਹ ਤਾਂ ਯਾਰ ਛੱਡ, ਉਹ ਤਾਂ ਢੀਠ ਨੇ, ਉਹ ਤਾਂ ਬੋਲੇ ਹੀ ਨਹੀਂ। ਉਹਨਾਂ ਨੂੰ ਮੈਂ ਮਾਫੀ ਮੰਗਦਾ, ਬਹੁਤ ਵੱਡੇ ਦੇਵੀ ਲਾਲ ਜੀ ਲੀਡਰ ਸੀ, ਪਰ ਚਲੋ ਉਹ ਲੋਕ ਦੇਖ ਲੈਣਗੇ। ਚਾਹੇ ਬੀਜੇਡੀ ਜਿਹੜੀ ਇਹਨਾਂ ਨੂੰ ਪਾਰਟੀ ਮਦਦ ਕਰਦੀ ਹੈ, ਚਾਹੇ AIDMK ਸੀ ਜਿਹੜੀ ਜੈਲਲਤ ਵਾਲੀ ਇਹਨਾਂ ਦੀ ਮਦਦ ਕਰਦੀ ਹੈ, ਉਹਨਾਂ ਨੇ ਵੀ ਇਸ ਬਿੱਲਾਂ ਦੇ ਉਲਟ ਗੱਲ ਕੀਤੀ। ਪਰ ਕਿੱਥੇ ਮੰਨਦਾ ਹੈ ਜਦੋਂ 370। ਦੇਖੋ ਇੱਕ ਗੱਲ ਹੋਰ ਮੈਂ ਇੱਥੇ ਜ਼ਰੂਰ ਕਹੂੰਗਾ, ਲੰਬੀ ਗੱਲ ਹੋ ਜੂਗੀ, ਕੱਲੀ ਪਾਰਟੀ ਨੂੰ ਇੰਨੀ ਮੈਜੋਰਿਟੀ ਦੇਣੀ ਇਸ ਲੋਕਤੰਤਰ 'ਚ, ਇਹ ਵੀ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਵੀ ਅੰਨ੍ਹੇਵਾਹ ਵਨ ਸਾਈਡਡ ਤਾਕਤ ਆ ਜਿਹੜੀ ਇੱਕ ਪਾਰਟੀ ਨੂੰ ਮਿਲਣੀ, ਤੇ ਆਪੋਜੀਸ਼ਨ ਜਮਾ ਹੀ ਕਮਜ਼ੋਰ। ਹੁਣ ਸਾਡੇ ਕੋਲ ਤਾਂ ਆਪੋਜੀਸ਼ਨ ਲੀਡਰ ਵੀ ਹੈ ਨਹੀਂਗਾ। ਆਪਣੇ ਇਸ ਪਾਰਲੀਮੈਂਟ 'ਚ 2 ਟਰਮਾਂ ਹੋ ਗਈਆਂ, ਕਿਸੇ ਪਾਰਟੀ ਦਾ ਆਪੋਜੀਸ਼ਨ ਲੀਡਰ ਵੀ ਨਹੀਂ ਬਣਦਾ, ਤੇ ਉਹਨੂੰ ਆਪੋਜੀਸ਼ਨ ਲੀਡਰ ਦਾ ਬਰਾਬਰ ਹੁੰਦਾ ਪ੍ਰਾਈਮ ਮਿਨਿਸਟਰ ਨਾਲ ਜਦੋਂ ਵੀ ਕੋਈ ਗੱਲ ਕਰਨੀ ਹੈ ਬਹਿ ਕੇ। ਇਹ ਤਾਂ ਆਪੋਜੀਸ਼ਨ ਲੀਡਰ ਦਾ ਦਰਜਾ ਵੀ ਲੋਕਾਂ ਨੇ ਨਹੀਂ ਦਿੱਤਾ, ਤੇ ਅੱਜ ਇਸ ਕਰਕੇ ਉਹ ਤਾਨਾਸ਼ਾਹ ਹੋਇਆ ਪਿਆ ਏ ਵੀ ਕੋਈ ਹੈ ਹੀ ਨਹੀਂ ਗਾ ਮੂਹਰੇ। ਇਸ ਕਰਕੇ ਜਦੋਂ ਕਾਂਗਰਸ ਪਾਰਟੀ ਸੀ, ਕੋਈ ਨੂੰ ਮਾੜਾ ਕਹਿ ਲੈ ਚੰਗਾ ਕਹਿ ਲਓ, ਯਾਰ ਬਰਾਬਰ ਦੀ ਬੀਜੇਪੀ ਜਾਂ ਹੋਰ ਵਿਰੋਧੀ ਬੋਲਦੇ ਸੀ ਤਾਂ ਝੁਕਣਾ ਪੈਂਦਾ ਸੀ, ਕਿਉਂਕਿ ਤਾਕਤ ਸੀ। ਹੁਣ ਕੀ ਕਰੀਏ, 40 ਬੰਦਿਆਂ ਨੂੰ ਸਾਨੂੰ ਤਾਂ ਊਂ ਲੱਤੜ ਕੇ ਲੰਘ ਜਾਂਦੇ ਆ। ਤੇ ਜੇ ਉਦੋਂ ਬਾਅਦ ਹੈ ਕਿੱਥੋਂ MP ਅਸੀਂ ਕੇਰਲਾ ਤੋਂ 19 ਨੇ, ਤਾਮਿਲਨਾਡੂ ਤੇ ਨੇ ਕੁਛ, ਉਦੋਂ ਬਾਅਦ 1-2 ਨਾਰਥ ਈਸਟ ਤੋਂ, ਬਾਕੀ ਪੰਜਾਬ ਚੋਂ। ਸਭ ਸਾਫ਼ ਪਿਆ, ਦੇਖ ਲਓ ਕਿਸੇ ਪਾਸਿਓਂ ਮਤਲਬ ਸਾਈ ਨਹੀਂ ਆਉਂਦਾ। ਰਾਜਸਥਾਨ ਆ, ਮੱਧ ਪ੍ਰਦੇਸ਼ ਆ, UP ਆ। ਪਰ ਹੁਣ ਜਿਨ੍ਹਾਂ ਨੇ ਨੱਕ 'ਚ ਦਮ ਕੀਤਾ, ਤੁਸੀਂ ਦੇਖੋ ਇਹ ਵੀ ਤਾਂ ਆਮ ਲੋਕ ਨੇ, ਇਹਨਾਂ ਦੇ ਕੋਲ ਕਿਹੜਾ ਕੋਈ ਕੁਰਸੀਆਂ ਨੇ, ਕੋਈ MLA ਨਹੀਂ ਨੇ, ਕੋਈ ਮੈਂਬਰ ਪਾਰਲੀਮੈਂਟ ਨੇ, ਪਰ ਨੱਕ 'ਚ ਦਮ ਕੀਤਾ ਪਿਆ। ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਗੱਲਬਾਤ ਕਰੋ। ਸੋ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਟਰੈਕਟਰ ਰੈਲੀਆਂ ਜਿਹੜੀਆਂ ਸਨ ਉਹ ਪਹਿਲਾਂ ਹੋ ਸਕਦੀਆਂ ਸਨ, ਜੇਕਰ ਰਾਹੁਲ ਗਾਂਧੀ ਹੋਣੀ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਆ ਕੇ ਮਿਲ ਸਕਦੇ ਸਨ, ਤਾਂ ਹੁਣ ਕਿਉਂ ਨਹੀਂ? ਇਸ ਗੱਲ 'ਚ ਨਹੀਂ, ਇਹ ਤਾਂ ਹਲਕ ਉਹੀ ਜਗਾ ਕੇ ਗਿਆ ਏ। ਉਦੋਂ ਪਹਿਲਾਂ ਕਿਹੜਾ ਧਰਨਾ ਸੀ?
ਧਰਨੇ ਤਾਂ ਜੂਨ ਮਹੀਨੇ ਤੋਂ ਚੱਲ ਰਹੇ ਸਾਡੀ ਗੱਲ ਸੁਣੀ ਨਹੀਂ ਗਈ ਤੇ ਰਾਹੁਲ ਗਾਂਧੀ ਤਾਂ ਪਹਿਲਾਂ ਆਇਆ ਏ ਉਸੇ ਉਦੋਂ ਬਾਅਦ ਹੀ ਸਭ ਕੁਝ ਸ਼ੁਰੂ ਹੋਇਆ। ਰਾਹੁਲ ਗਾਂਧੀ ਪੰਜਾਬ 'ਚ ਆ ਕੇ ਮੁੱਖ ਮੰਤਰੀ ਨੂੰ ਨਾਲ ਬਿਠਾ ਕੇ ਪ੍ਰਧਾਨ ਨੂੰ ਬਿਠਾ ਕੇ ਤੇ ਹਰਿਆਣੇ ਦਾ ਨਾਕਾ ਪਹਿਲਾਂ ਉਹਨੇ ਹੀ ਬੰਨਿਆ ਏ। ਤੁਸੀਂ ਯਾਦ ਕਰੋ ਤੀਜੇ ਦਿਨ ਅਸੀਂ ਵੀ ਉੱਥੇ ਬੈਰੀਅਰਾਂ ਤੇ ਸੀਗੇ ਜਦੋਂ ਇਹ ਐਂ ਜਾਣ ਨਹੀਂ ਦਿੰਦਾ ਸੀ। ਪਹਿਲੇ ਦਿਨ ਸਭ ਤੋਂ ਪਹਿਲਾਂ ਨਾਕਾ ਉਹਨੇ ਭੰਨਿਆ ਇਹਨਾਂ ਨਾਕੇ ਤਾਂ ਫਿਰ ਚੰਡੀਗੜ੍ਹ 'ਚ ਸੁਖਬੀਰ ਬਾਦਲ ਹੁਣਾਂ ਨੇ ਵੀ ਭੰਨੇ ਜਦੋਂ ਉਹ ਆਏ ਸੀ ਤਾਂ ਉਸੇ ਵੇਲੇ ਵਾਪਸ ਮੁੜ ਗਏ ਸੀ। ਚੇਤਾ ਹੋਵੇਗਾ ਟਰੈਕਟਰ ਉਹਨਾਂ ਤੋਂ ਕਿੱਥੇ ਭੰਨ ਹੋਏ। ਉਹਦਾ ਰਾਤ ਨੂੰ ਇਧਰੋਂ ਹੁਣ ਚਲੋ ਮੈਂ ਉਹ ਗੱਲ ਤੇ ਆਉਂਦਾ ਨਹੀਂ ਕਿਉਂ ਨਹੀਂ ਆਉਂਦਾ ਕਿਉਂਕਿ ਆਪਾਂ ਆਪਸ ਵਿੱਚ ਪਟਣਾ ਹੀ ਨਹੀਂਗਾ। ਹੁਣ ਇਸ ਇਸ਼ੂ ਤੇ ਸਿਆਸਤ ਕਰ ਲਾਂਗੇ 2 ਸਾਲ ਬਾਅਦ ਜਦੋਂ ਇਲੈਕਸ਼ਨ ਆਊ ਪਾਰਲੀਮੈਂਟ ਦੀ 4 ਸਾਲ ਬਾਅਦ ਆਊ। ਹੁਣ ਤਾਂ ਸਾਰੇ ਇਕੱਠੇ ਹੋ ਜਾਓ। ਮੈਂ ਤਾਂ ਇੱਕੋ ਹੀ ਕਹਿਣਾ ਬਾਦਲ ਆ ਬਾਦਲ ਪਿੰਡ ਦੇ ਮੂਹਰੇ ਬਹਿ ਜੇ ਆਪਣਾ ਵੱਡੇ ਬਾਦਲ ਸਾਹਿਬ ਜਦੋਂ ਬਹਿਣਗੇ ਫਰਕ ਨਹੀਂ ਪਊਗਾ। ਭਗਵੰਤ ਮਾਨ ਲੱਗ ਬਹਿ ਜੇ ਕਿੱਥੇ ਬਹਿੰਦਾ ਏ। ਤੇ ਹੁਣ ਦੂਜੀ ਗੱਲ ਇਹ ਹੈ ਵੀ ਅਸੀਂ ਕਿਹੜੇ ਮੂੰਹ ਨਾਲ ਜਾਵਾਂਗੇ। ਅੱਜ ਜੇ ਕਿਸੇ ਨੂੰ ਵੀ MP MLA ਸਿਆਸੀ ਲੀਡਰ ਬਣਾਇਆ ਹੋਇਆ ਕੋਈ ਵੀ ਲੋਕਾਂ 'ਚ ਫੇਸ ਕਿਵੇਂ ਕਰੂਗਾ ਜੇ ਅੱਜ ਉਹ ਤਾਂ ਇੱਥੇ ਮਰਨ ਬੈਠੇ ਆ ਤੇ ਅਸੀਂ ਗੱਦਿਆਂ 'ਚ ਅਸੀਂ ਹੀਟਰਾਂ 'ਚ ਪੈ ਕਿਵੇਂ ਸਕਦੇ ਆ। ਮੈਨੂੰ ਇਹ ਸਮਝਾਓ। ਸਾਡੇ ਫਿੱਟ ਲਾਣਤ ਆ ਅਸੀਂ ਉਹਨਾਂ ਦੇ ਕੱਲ ਨੂੰ ਵਿਆਹਾਂ 'ਚ ਸੁੱਖ 'ਚ ਦੁੱਖ 'ਚ ਗਮ 'ਚ ਉਹਨਾਂ ਨਾਲ ਅਸੀਂ ਰੋਜ਼ ਜਾਣਾ ਤੇ ਸਾਡੇ ਅਸੀਂ ਮਾਈਕ ਫੜ ਲਾਂਗੇ ਕਿਹੜੇ ਮੂੰਹ ਨਾਲ ਮਾਈਕ ਫੜ ਲਾਂਗੇ। ਇੱਥੇ ਜਿੰਨਾ ਚਿਰ ਉਹਨਾਂ ਦੇ ਨਾਲ ਦਾ ਦੁੱਖ ਨਹੀਂ ਹੰਡਾਵਾਂਗੇ ਉਹਨਾਂ ਵਰਗੀ ਠੰਡ ਨਹੀਂ ਹੰਡਾਵਾਂਗੇ ਸਰੀਰ ਤੇ ਨਹੀਂ। ਮੈਂ ਹੈਰਾਨ ਆ ਜਿਹੜੇ ਬੈਠੇ ਨੇ ਘਰਾਂ 'ਚ ਲੀਡਰ ਪੋਲੀਟੀਕਲ ਉਹ ਕਿਵੇਂ ਬੈਠੇ ਆ ਰੱਬ ਜਾਣਦਾ। ਮੈਂ ਨਹੀਂ ਸਮਝ ਸਕਦਾ ਇਸ ਗੱਲ ਨੂੰ। ਸਭ ਨੂੰ ਸੜਕਾਂ ਤੇ ਆ ਜਾਣਾ ਚਾਹੀਦਾ। ਆਪਾਂ ਕਈ ਤਾਂ ਜਾਣਦੇ ਆ ਵੀ ਸਾਰੇ ਪੰਜਾਬ ਤੋਂ ਆ ਜਾਓ ਤੇ ਆਪਾਂ ਤੇ ਸਾਰਿਆਂ ਨੂੰ ਆਪਣੇ ਆਪਣੇ ਦਿੱਲੀ ਸਭ ਦੀਆਂ ਕੋਠੀਆਂ ਏ ਫਲੈਟ ਨੇ। ਇਹਦੇ ਵਿੱਚ ਤੁਸੀਂ ਆਪਣੀ ਪਾਰਟੀ ਦੇ ਆਗੂਆਂ ਨੂੰ ਵੀ ਕਹਿ ਰਹੇ ਹੋ ਕਿ ਵਿਰੋਧੀਆਂ ਨੂੰ ਕਹਿ ਰਹੇ ਹੋ? ਮੈਂ ਤਾਂ ਸਭ ਨੂੰ ਕਹਿਣਾ ਇੱਥੇ ਕੋਈ ਸਿਆਸਤ ਨਹੀਂ ਗੀ। MLA ਤੇ ਸਾਡੇ ਆਉਣ ਲਾ ਸਾਰਿਆਂ ਦੀ ਡਿਊਟੀ ਲਾਈ ਦਿੱਤੀ। ਜਾਖੜ ਸਾਹਿਬ ਨੇ 2 MLA ਰੋਜ਼ ਆਉਂਦੇ ਆ। ਜਲਾਲ ਸਿੰਘ ਜੀ ਦੇ ਬੇਟੇ ਰਜਿੰਦਰ ਜੀ ਆਏ ਹੋਏ ਆ ਤੇ ਦੂਜੇ ਪਾਸੇ ਜਿਹੜੇ ਆ ਵੇਰਕਾ ਸਾਹਿਬ ਆਏ ਹੋਏ ਆ ਤੇ ਸਾਡਾ ਯੂਥ ਕਾਂਗਰਸ ਸਾਰੀ ਉਹ ਤੁਹਾਡੇ ਮੂਹਰੇ ਬੈਠੀ ਸੀ। ਇਸ ਕਰਕੇ ਕਾਂਗਰਸ ਪਾਰਟੀ ਨੇ ਬਿੱਲ ਵੀ ਉੱਥੇ ਰੱਦ ਕੀਤੇ। ਇਹਨਾਂ ਨੂੰ ਇਕੱਠੇ ਵੀ ਕੀਤਾ ਸਾਰਿਆਂ ਨੂੰ ਅਕਾਲੀ ਦਲ ਆਮ ਵਾਲਿਆਂ ਨੂੰ ਬਾਅਦ ਚ ਕੁਝ ਕਰਨ ਲੱਗੇ ਸਿਆਸਤ ਚਲੋ ਕਰਨੀ ਹੁੰਦੀ ਹੈ ਪਰ 115 ਦੇ 15 ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸਾਈਨ ਕਰਵਾ ਕੇ ਗਵਰਨਰ ਕੋਲ ਲੈ ਕੇ ਵੀ ਆ ਚੱਕ ਭਾਈ ਚਾਹੇ ਉਹ ਬੈਂਸ ਸਾਹਿਬ ਹੋਣੀ ਸੀ ਚਾਹੇ ਦੂਜੇ ਢੀਂਡਸਾ ਸਾਹਿਬ ਸਭ ਨੂੰ ਨਾਲ ਲੈ ਕੇ। ਰਾਜਾ ਵੜਿੰਗ ਹੁਣਾਂ ਨੇ ਇੱਕ ਹਫ਼ਤਾ ਹੋ ਚੱਲਿਆ ਐਲਾਨ ਕੀਤਾ ਸੀ ਮੁੱਖ ਮੰਤਰੀ ਕੋਲ ਆਪਣੀ ਸਰਕਾਰ ਦੇ ਕੋਲ ਹੀ ਮੰਗ ਕੀਤੀ ਸੀ ਕਿ ਭਾਈ ਜਿਹੜੇ ਲੋਕਾਂ ਦੀਆਂ ਜਾਨਾਂ ਗਈਆਂ ਨੇ ਇਸ ਅੰਦੋਲਨ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਤੇ ਵਿੱਤੀ ਮਦਦ ਕੀਤੀ ਜਾਵੇ। ਸਰਕਾਰ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਉਹ ਤਾਂ ਹੋਣਾ ਹੀ ਹੋਣਾ ਉਹਦੇ ਤਾਂ ਕੋਈ ਰੌਲਾ ਹੀ ਨਹੀਂ। ਅੱਗੇ ਜਿਹੜੇ ਕਿਸਾਨ ਵਿਚਾਰਿਆਂ ਦੀ ਜਿਹੜੇ ਸ਼ਹੀਦ ਹੋ ਜਾਂਦੇ ਆ ਉਹਨਾਂ ਖਾਤਰ ਇਹ ਕੰਮ ਤਾਂ ਜਿੰਨੇ ਫੌਜੀਆਂ ਦੀਆਂ ਹੁੰਦੀਆਂ ਆਪਾਂ ਸਾਰਿਆਂ ਨੂੰ ਇਹ ਤਾਂ ਪੰਜਾਬੀ ਆਪਣੇ ਸ਼ਹੀਦ ਹੋਏ ਪੰਜਾਬ ਪਿੱਛੇ ਇਹ ਤਾਂ ਕਰਨਾ ਹੀ ਕਰਨਾ। ਇਹ ਤਾਂ ਤੁਸੀਂ ਇਸ ਗੱਲ ਦਾ ਤਾਂ ਕੋਈ ਵੀ ਮੈਂ ਸਮਝਦਾ ਰਾਜਾ ਵੜਿੰਗ ਸਾਹਿਬ ਨੇ ਚਾਹੇ ਕੋਈ ਵੀ ਆ ਇਹ 100% ਕੈਪਟਨ ਅਮਰਿੰਦਰ ਸਿੰਘ ਸਾਤੋਂ ਵੱਧ ਵੱਡੀ ਉਮਰ ਦੇ ਆ ਵੱਧ ਉਹ ਪੰਜਾਬ ਦਾ ਦਰਦ ਜਾਣਦੇ ਆ। ਇਹ 100% ਜਿਹੜੀ ਇਹ ਗੱਲ ਹੋਏਗੀ ਪਰ ਉਹਦੇ ਵਿੱਚ ਕਈ ਵਾਰ ਇਹ ਹੁੰਦਾ ਵੀ ਕੈਬਨਿਟ ਮੀਟਿੰਗ ਲਈ ਏਜੰਡਾ ਤਿਆਰ ਕਰਨਾ ਹੋਰ ਕਾਗਜ਼ ਤਿਆਰ ਕਰਨਾ ਉਹ ਇੱਕ ਮੀਟਿੰਗ ਅਗਲੀ ਸਾਦੀ ਲਈ ਆ ਜਿਹੜੀ ਮੈਨੂੰ ਲੱਗਦਾ ਵਰਚੁਅਲ ਮੀਟਿੰਗ ਤੋਂ ਜਿੱਦਾਂ ਕਰੋਨਾ ਹੋਇਆ ਪਹਿਲੀ ਮੀਟਿੰਗ ਸ਼ਾਇਦ ਆ ਸੋਮਵਾਰ ਨੂੰ ਹੋ ਰਹੀ ਆ ਇਹਦੇ ਵਿੱਚ ਹੀ ਫੈਸਲਾ ਏਜੰਡਾ ਆ ਜਾਏਗਾ ਮੇਰੇ ਖਿਆਲ 'ਚ। ਉਹ ਹੁਣੇ ਹੀ ਕਹਿ ਰਹੇ ਨੇ ਕਿ ਅਸੀਂ ਧਰਨੇ ਤੇ ਬੈਠੇ ਆ ਸਰਕਾਰ ਵੋਟਾਂ ਕਰਵਾਉਣ ਦੀ ਤਿਆਰੀਆਂ ਕਰ ਰਹੀ ਹੈ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋ ਰਹੀਆਂ ਨੇ ਤੁਸੀਂ ਵੀ ਕਰੋਗੇ ਅਪੀਲ ਕਿ ਵੋਟਾਂ ਅੱਗੇ ਹੋ ਜਾਣ ਜੇ ਧਰਨਾ ਲੰਮਾ ਚੱਲਦਾ ਹੈ ਕਿਉਂਕਿ ਸਰਕਾਰ ਕੇਂਦਰ ਸਰਕਾਰ ਜਿਹੜੀ ਅਜੇ ਮੰਨ ਤਾਂ ਰਹੀ ਨਹੀਂ। ਕਿਉਂ ਉਹ ਤਾਂ ਫਰਵਰੀ 'ਚ ਨੇ ਹਜੇ ਸ਼ਹਿਰ ਦੀਆਂ ਵੋਟਾਂ ਜਿਹੜੀਆਂ ਕਾਉਂਸਲਰਾਂ ਦੀਆਂ ਕੁਝ ਸ਼ਹਿਰਾਂ ਦੀਆਂ ਉਹ ਲੋਕਤੰਤਰ ਤਾਂ ਚੱਲਣਾ ਹੀ ਚੱਲਣਾ। ਸਰਕਾਰ ਕੀ ਕਰ ਸਕਦੀ ਉਹ ਤਾਂ ਇਲੈਕਸ਼ਨ ਕਮਿਸ਼ਨ ਦੇ ਹਿਸਾਬ ਨਾਲ ਜਿਹੜੀਆਂ ਡਿਊ ਨੇ ਇਲੈਕਸ਼ਨਾਂ ਦਾ ਪ੍ਰੋਸੈਸ ਤਾਂ ਉਹ ਤਾਂ ਚੱਲੀ ਹੋ ਜਾਣਾ ਦੇਸ਼ ਥੋੜੀ ਖੜ ਜਾਣਾ। ਉਹ ਤਾਂ ਜਿਹੜੀਆਂ ਚੀਜ਼ਾਂ ਨੇ ਉਸ ਹਿਸਾਬ ਨਾਲ ਚੱਲਣੀਆਂ ਸਾਨੂੰ ਉਹਦੇ ਨਾਲ ਕੋਈ ਨਹੀਂ ਇਲੈਕਸ਼ਨਾਂ ਹੋਈ ਜਾਣ ਕੁਛ ਹੋਈ ਜਾਣ ਅਸੀਂ ਬੈਠੇ ਆ ਇੱਥੇ ਅਸੀਂ ਇਹਨਾਂ ਨੂੰ ਠੋਕਣ ਨੂੰ ਬੈਠੇ ਆ। ਕਿਸਾਨ ਬਹੁਤ ਆ ਇਲੈਕਸ਼ਨਾਂ ਲੁਕਸ਼ਨਾਂ ਦੀ ਕੋਈ ਗੱਲ ਨਹੀਂ ਗੀ ਇਲੈਕਸ਼ਨਾਂ ਜਿਹੜੀਆਂ ਹੁੰਦੀਆਂ ਹੋਈ ਜਾਣ ਹੋਰ ਕੁਛ ਜਿਹੜਾ ਕਰੀ ਜਾਣ ਸਾਨੂੰ ਕੋਈ ਪਰਵਾਹ ਨਹੀਂ। ਪਰ ਸਾਡਾ ਮਤਲਬ ਇਹ ਆ 3 ਬਿੱਲਾਂ ਤੱਕ ਬਸ 3 ਬਿੱਲ ਵਾਪਸ ਉਦੋਂ ਬਾਅਦ ਕੀ ਹੁੰਦਾ ਨਾ ਕਿ ਸਾਡਾ ਕੀ ਮਤਲਬ ਆ ਉਹਦੇ ਨਾਲ। ਅਸੀਂ ਤਾਂ 3 ਬਿੱਲ ਵਾਪਸ ਕਰਾ ਕੇ ਜਾਣਾ ਉਹ ਚਾਹੇ ਇਲੈਕਸ਼ਨਾਂ ਹੋਈ ਜਾਣ ਚਾਹੇ 5 ਸਾਲ ਹੋ ਜਾਣ 2 ਸਾਲ ਹੋ ਜਾਣ ਕਿੰਨਾ ਵੀ ਹੋ ਜੇ ਆਹ ਬੈਠਿਆਂ ਟਿਕੇ ਜਿੱਦਣ ਵਾਪਸ ਮੋਦੀ ਇਹ ਬਿੱਲਾਂ ਨੂੰ ਲੈ ਲੂਗਾ ਨਹੀਂ ਅਸੀਂ ਤਾਂ ਭਾਈ ਇਹਦੀ ਬੱਤੀ ਬਣਾਈ ਹੋਈ ਆ ਸਮਝ ਗਏ ਨਾ ਆਪਾਂ ਤਾਂ ਬੱਤੀ ਬਣਾਈ ਬੈਠੇ ਆ ਇਹਦੇ ਤੇ ਫਿਰ ਤੁਸੀਂ ਸਮਝ ਸਕਦੇ ਹੋ ਵੀ ਬੱਤੀ ਕਿੱਥੇ ਚੜ੍ਹਦੀ ਆ। ਅੱਛਾ ਜਿਹੜੀ ਗੱਲ ਜਾਣਦੇ ਆ ਤੁਸੀਂ ਇੱਥੇ ਦਿਖਾਈ ਦੇ ਰਹੇ ਹੋ ਲਗਾਤਾਰ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਵੀਰ ਗਿੱਲ ਹੁਣੀ ਡਿੰਪਾ ਹੁਣੀ ਨੇ ਉਹ ਲਗਾਤਾਰ ਦਿਖਾਈ ਦੇ ਰਹੇ ਨੇ ਬਾਕੀ 11
ਤੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਵੱਖਰੇ, ਉਹ ਕਿਉਂ ਨਹੀਂ ਦਿਖਾਈ ਦੇ ਰਹੇ? ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਭਾਈ ਸਿਆਸਤ ਦਾ ਸਮਾਂ ਨਹੀਂ, ਇੱਥੇ ਇਕੱਠੇ ਹੋਣ ਦਾ ਸਮਾਂ ਹੈ ਤੇ ਇਕੱਠੇ ਹੋ ਜਾਣਾ ਚਾਹੀਦਾ ਸੀ ਹੁਣ ਤੱਕ? ਨਹੀਂ, ਇੱਕ ਤਾਂ ਦੇਖੋ ਚੌਧਰੀ ਸਾਹਿਬ ਤਾਂ ਪਰਸੋਂ ਹੀ ਸੀ ਕਰੋਨਾ ਤੋਂ ਠੀਕ ਕੇ ਆਏ ਹੋਏ ਆ, ਮਨੀਸ਼ ਤਿਵਾੜੀ ਕਰੋਨਾ ਨਾ ਹੋਇਆ, ਮਹਾਰਾਣੀ ਜੀ ਪਹਿਲਾਂ ਆ ਕੇ ਉਹਨਾਂ ਦੀ ਮਾਤਾ ਜੀ ਦਾ ਦੇਹਾਂਤ ਹੋ ਗਿਆ। ਇਹੋ ਜਿਹੀਆਂ ਹੁਣ ਅੱਜ ਹੁਣ ਕਿਸੇ ਨੇ ਕਹਿਣਾ ਹੈ ਹੁਣ ਕਰੋਨਾ ਹੋ ਗਿਆ ਆਪਣੇ ਨੂੰ ਗੁਰਜੀਤ ਔਜਲੇ ਨੂੰ, ਇਸ ਕਰਕੇ ਇਹਦਾ ਸੰਘਰਸ਼ ਪਤਾ ਨਹੀਂ ਕਿੰਨਾ ਕੁ ਲੰਬਾ ਚੱਲਣਾ, ਕਿਹਨੂੰ ਇੱਥੇ ਕੀ ਕੁਝ ਕਰਨਾ ਪੈਣਾ। ਇਹਦਾ ਬਾਰੀ ਬਰਸ ਸਿਰ ਜਿਹੜਾ ਇਹ ਚੱਲਣਾ ਪੈਣਾ। ਹੁਣ ਜਿਵੇਂ ਐਮਪੀ ਘਟ ਗਿਆ ਔਜਲਾ ਸਾਹਿਬ ਤੇ ਹੋਰ ਲਿਆਉਣੇ ਪੈਣੇ ਐਮਐਲਏ, ਤਾਂ ਕੀ ਪਤਾ ਹਜੇ ਕੀ ਪਲੈਨਿੰਗ ਹੈ, ਕਿੱਥੇ ਤੱਕ ਜਾਣਾ ਪੈਣਾ। ਇਹ ਤਾਂ ਰੋਜ਼ ਪਲੈਨਿੰਗਾਂ ਚੇਂਜ ਹੋਣੀਆਂ ਨੇ। ਆ ਤਾਂ ਮੋਦੀ ਨੂੰ ਹੁਣ ਕਿਸਾਨਾਂ ਦਾ ਸਭ ਤੋਂ ਵੱਡਾ ਦੇਣਾ, ਇੱਥੇ ਪੱਟੀਆਂ ਮੰਨ ਕੇ ਬੈਠਾਂਗੇ ਅਦਨਾ ਵੀ ਜਿਹੜਾ ਜਿਵੇਂ ਧ੍ਰਿਤਰਾਸ਼ਟਰ ਜਾਂ ਕਿਹੜਾ ਸੀ ਨੂੰ ਦਿਖਦਾ ਨਹੀਂ, ਉਹਨੇ ਨਾਲ ਉਹਦੀ ਵਾਈਫ ਨੇ ਵੀ ਪੱਟੀਆਂ ਬੰਨ ਲਈਆਂ ਸੀ ਤੇ ਸਾਰਾ ਰਾਜ ਸਿਰਫ ਆਪਣੇ ਬੱਚਿਆਂ ਖਾਤਰ ਦਿਖਦਾ ਸੀਗਾ। ਤੇ ਹੁਣ ਮੋਦੀ ਨੂੰ ਵੀ ਸਿਰਫ ਅਡਾਨੀ ਅਮਾਨੀਆਂ ਦੀ ਇੱਕ ਨਿਗਾਹ ਨਾਲ ਦਿਖਦਾ, ਬਾਕੀ ਉਹਦੀਆਂ ਅੱਖਾਂ ਤਾਂ ਬੰਦ ਹੋਈਆਂ ਪਈਆਂ। ਉਹ ਤਾਂ ਇੰਨਾ ਅੰਨਾ ਹੋ ਗਿਆ ਉਸ ਗੱਲ 'ਚ ਕਿ ਸਾਰਾ ਜਿਹੜਾ ਕਹਿੰਦਾ ਸੀ ਚਾਹ ਵਾਲਾ, ਇਹ ਚਾਹ ਵਾਲੇ ਦੇ ਲੱਛਣ ਨੇ। ਮੈਨੂੰ ਇਹ ਦੱਸੋ ਵੀ ਕਦੇ ਜਿਹੜਾ ਚਾਹ ਵਾਲਾ ਕਹਿੰਦਾ ਮੈਂ ਪਲੇਟਫਾਰਮਾਂ ਤੇ ਪੈਂਦਾ ਸੀ ਠੰਡ 'ਚ, ਉਹ ਕੋਈ ਐ ਬਰਦਾਸ਼ਤ ਕਰ ਸਕਦਾ ਵੀ ਲੱਖਾਂ ਲੋਕ ਪਲੇਟਫਾਰਮਾਂ ਤੇ ਪਿਆ ਹੋਵੇ? ਇਸ ਕਰਕੇ ਜਿਹੜੇ ਮਖਮਲੀ ਗੱਦੇ ਅਡਾਨੀ ਮਾਨੀ ਦੇ ਦਿੱਤੇ ਆ, ਉਹਦੇ ਨਸ਼ੇ ਦੇ ਵਿੱਚ ਉਹਦੀ ਚਕਾਚੌਂਧ ਜ਼ਿੰਦਗੀ 'ਚੋਂ ਭੁੱਲ ਹੀ ਗਿਆ। ਚਾਹ ਵੀ ਭੁੱਲ ਗਿਆ, ਪਲੇਟਫਾਰਮ ਵੀ ਭੁੱਲ ਗਿਆ। ਇਸ ਵੇਲੇ ਤੁਹਾਨੂੰ ਨਜ਼ਾਰੇ ਯਾਦ ਨੇ ਬਸ। ਇਸ ਵੇਲੇ ਤਾਂ ਇਹ ਸਦਾਮ ਹੁਸੈਨ ਵਰਗੇ, ਗਦਾਫੀ ਵਰਗੇ ਉਹ ਵੀ ਨਹੀਂ ਰਹੇ। ਇੱਥੇ ਤਾਂ ਲੋਕਤੰਤਰ ਆ, ਉੱਥੇ ਤਾਂ ਤਾਨਾਸ਼ਾਹ ਸੀ, ਤਾਂ ਨਹੀਂ ਤਾਂ ਤਖਤੇ ਪਲਟੇ ਗਏ। ਇੱਥੇ ਤਾਂ ਲੋਕਤੰਤਰ ਆ, ਇਹ ਤਾਂ ਹਰ ਪੰਜ ਨਵਾਂ ਲੋਕਾਂ ਨੇ ਕੱਢਣਾ ਗਰਭ ਚੋਂ। ਇਸ ਕਰਕੇ ਇਹ ਮਿੰਟ 'ਚ ਲੰਘ ਜਾਂਦਾ, ਪਤਾ ਹੀ ਨਹੀਂ ਲੱਗਦਾ ਕਦ ਟਾਈਮ ਆ ਜਾਂਦਾ ਹੈ। ਪਰ ਮੋਦੀ ਸਾਹਿਬ ਹਜੇ ਵੀ ਦੇਖੋ ਧਰਮ ਦੀ ਰਾਜਨੀਤੀ ਖੇਡਣ ਦੀ ਕੋਸ਼ਿਸ਼ ਕੀਤੀ। ਆਪਾਂ ਆ ਕੇ ਕੱਪੜੇ ਗੁਰਦੁਆਰਾ ਸਾਹਿਬ ਮੱਥਾ ਟੇਕਣ, ਉੱਥੇ ਰਾਮ ਮੰਦਿਰ ਦੀ ਰਾਜਨੀਤੀ। ਇਹ ਸਾਡੇ ਲੋਕ ਧਰਮ ਨੂੰ ਸਭ ਤੋਂ ਉੱਤੇ ਸਮਝਦੇ ਆ, ਪਰ ਧਰਮ ਨੂੰ ਕਿਸੇ ਨੂੰ ਵਰਤਣ ਵੀ ਨਹੀਂ ਦਿੰਦੇ। ਜੇ ਤੁਸੀਂ ਸੋਚੋ ਨਾ ਵੀ ਐ ਕਰਕੇ ਕੰਮ ਚੱਲ ਜੂ। ਹੁਣ ਹੋਰ ਸੁਣ ਲਓ, ਹੁਣ 2000 ਰੁਪਇਆ ਅਨਾਉਂਸ ਕੀਤਾ ਜਾਂ 3-4 ਦਿਨ ਪਹਿਲਾਂ ਵੀ ਮੈਂ 2-2000 ਰੁਪਇਆ ਇਹਦੇ ਭਾਦਾ ਪੰਜਾਬ ਦੇ ਕਿਸਾਨ, ਮੈਂ ਤਾਂ ਤੁਹਾਡੇ ਚੈਨਲ ਰਾਹੀਂ ਵੀ ਇਹਨੂੰ ਜਿਹੜਾ 2000 ਰੁਪਇਆ ਇਹ ਖਾਤਿਆਂ 'ਚ ਪਾਊਗਾ ਹੁਣ 25 ਨੂੰ, ਇਹਦੇ ਨਾਲ 21 ਕਰਕੇ ਮੋੜੋ। ਤੂੰ ਸਾਨੂੰ ਲਾਲਚ ਦੇਣਾ? ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ। ਸਾਡੇ ਤਾਂ ਬਾਹਰ ਜਿਹੜੇ ਆ ਜਿੱਥੇ ਸਭ ਤੋਂ ਵੱਧ ਡਾਲਰ ਪਾਉਂਡ ਇੱਕ ਦੇ 70 ਬਣਦੇ ਆ। ਸਾਡੇ ਪੁੱਤ ਸਾਡੇ ਬਹੁਤ ਮਿਹਨਤਾਂ ਕਰਨ ਵਾਲੇ ਆ ਉੱਥੇ ਪਰਿਵਾਰ ਬੈਠੇ। ਤੂੰ ਖਾਤੇ ਸੀਲ ਕਰਦਾ ਕਿਸਾਨ ਜਥੇਬੰਦੀਆਂ ਦੇ, ਤੇਰੇ ਹਿਸਾਬ ਨਾਲ ਤੇਰੇ ਅਡਾਨੀ ਅਮਾਨੀ ਦੇ ਜਿਵੇਂ ਤੂੰ ਪੈਸੇ ਲੈਣਾ ਕਾਲੇ ਕਮਾਈ ਦੇ, ਉਹ ਆਉਂਦੀ ਹੈ ਸਾਨੂੰ। ਸਾਡੇ ਤਾਂ ਟੈਕਸੀਆਂ, ਟਰੱਕ, ਲਾਈਨਾਂ, ਉੱਥੇ ਉਹਨਾਂ ਦੀਆਂ ਚੇਨਾਂ ਨੇ, ਫੂਡ ਚੇਨਾਂ, ਪੈਟਰੋਲ ਪੰਪ ਨੇ, ਖੇਤੀਆਂ, ਹਜ਼ਾਰਾਂ ਕਿੱਲਾ ਜ਼ਮੀਨ ਆ, ਮਿਹਨਤ ਕਰਕੇ ਉਹਨਾਂ ਨੇ ਕਮਾਇਆ ਹੋਇਆ। ਉਹ ਡਾਲਰ ਪਾਉਂਡ ਹੀ ਨਹੀਂ ਸਾਨੂੰ ਤਾਂ ਮੁੱਕਦੇ। ਅਸੀਂ ਪੈਸਾ ਕਿਸ ਤੋਂ ਕੀ ਕਰਾਉਣਾ ਹੈ? ਉਹਦੇ ਤਰ੍ਹਾਂ ਦੇ ਭੋਜਨ, ਕਿਸੇ ਬਜ਼ੁਰਗ ਨੂੰ ਕੋਈ ਕਮੀ ਆਉਣ ਦਿੱਤੀ ਆ? ਅਸੀਂ ਤਾਂ ਪੰਜਾਬ ਵਸਾਤਾ ਇੱਥੇ। ਤੇ ਨਾਲੇ ਦੂਜੀ ਗੱਲ, ਪੰਜਾਬ ਤੇ ਹਰਿਆਣਾ ਦੋ ਭਰਾ ਇਕੱਠੇ ਹੋ ਗਏ। ਉੱਥੇ ਜਿਹੜੀਆਂ ਮਾਵਾਂ ਹਰਿਆਣੇ ਵਾਲੀਆਂ ਉਹ ਆਪਣੇ ਪੰਜਾਬ ਵਾਲੇ ਪੁੱਤ ਨੂੰ ਵੀ ਉਹੀ ਰੋਟੀ ਦਿੰਦੀਆਂ, ਆਪਣੇ ਛੋਟੇ ਪੁੱਤ ਹਰਿਆਣੇ ਵਾਲੇ ਨੂੰ ਵੀ ਦਿੰਦੀਆਂ। ਭੈਣਾਂ ਸਾਡੀਆਂ ਕੱਪੜੇ ਪ੍ਰੈਸ ਕਰਕੇ ਦਿੰਦੀਆਂ ਭਰਾਵਾਂ ਨੂੰ, ਆਪਣੇ ਦੋਨਾਂ ਨੂੰ। ਇਹ ਤਾਂ ਦੁਬਾਰਾ ਰਿਸ਼ਤਾ ਜੁੜ ਗਿਆ ਜਿਹੜਾ 40 ਸਾਲ ਦਾ। ਕਦੇ ਹੋਇਆ ਵੀ ਮੁੱਖ ਮੰਤਰੀ, ਤੋਬਾ ਰੱਬ ਦੀ, ਵੀ ਅੱਜ ਹਜ਼ਾਰਾਂ ਬੰਦਾ ਮੁੱਖ ਮੰਤਰੀ ਦੀ ਗੱਡੀ ਮਗਰ, ਤੇ ਮੁੱਖ ਮੰਤਰੀ ਨੂੰ ਪਤਾ ਨਹੀਂ ਕਿਵੇਂ ਸ਼ੂਟਾਂ ਵੱਟ ਕੇ ਗੱਡੀਆਂ ਭਜਾਇਆ। ਹਜ਼ਾਰਾਂ ਪੁਲਿਸ ਦਾ ਬੰਦਾ ਖੱਟਰ ਭੱਜਿਆ ਜਾਂਦਾ ਮੂਹਰੇ ਗੱਡੀ ਲਈ। ਕਦੇ ਹੋਇਆ ਵੀ ਮੁੱਖ ਮੰਤਰੀ ਨਾ ਹੀ ਹੋ ਗਿਆ ਹੋਵੇ? ਤੁਸੀਂ ਸਮਝ ਹੀ ਨਹੀਂ ਰਹੇ ਹਜੇ ਗੱਲ। ਆਹ ਜਿਹੜੇ ਲੀਡਰ ਨੇ, ਇੱਥੇ ਜਾਇਓ ਕਦੇ, ਆਹ ਨਾਲ ਹੀ ਆ ਪੰਜਾਬ ਭਵਨ, ਪੁੱਛਿਓ ਕਿਵੇਂ ਸਿਕਿਉਰਿਟੀਆਂ ਲਵਾਈ ਜਿਹੜੇ ਪੰਜਾਬ ਦੇ ਲੀਡਰ ਨੇ। ਆ ਪੰਜਾਬ ਭਵਨ 'ਚ ਬੈਠੇ ਆ। ਅਸੀਂ ਮਿਲ ਕੇ ਆਏ ਜਿਆਨੀ ਸਾਹਿਬ ਨੂੰ, ਉਹ ਕਹਿੰਦੇ ਕਿ ਇਹ ਜਿਹੜਾ ਦਰਦ ਹੈ ਨਾ, ਜਿਹੜੀ ਚੀਕ ਵੱਜ ਰਹੀ ਹੈ ਕਿਸਾਨਾਂ ਦੀ, ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਰਾਜ ਦੇ ਕਾਰਨ ਵੱਜ ਰਹੀ। ਕਿਉਂਕਿ ਉਹਨਾਂ ਆਖਿਆ ਸੀ ਕਿ ਮੈਂ ਕਰਜ਼ੇ ਮਾਫ ਕਰ ਦੂੰ, ਮੈਂ ਇਹ ਕਰ ਦੂੰ, ਮੈਂ ਜੋ ਕਰ ਦੂੰ, ਕੀਤਾ ਕੱਖ ਨਹੀਂ। ਕਹਿੰਦੇ ਨਹੀਂ, ਸ਼ਬਦ ਵਰਤਿਆ ਵੀ ਚੀਕ ਵੱਜ ਰਹੀ ਆ। ਹਾਂ, ਕਹਿੰਦੇ ਕਿ ਜਿਹੜਾ ਇਹ ਦੁੱਖ ਹੈ ਨਾ, ਜਿਹੜਾ ਇਸ ਵੇਲੇ ਕਿਸਾਨ ਰੋਣਾ ਰੋ ਰਹੇ ਨੇ, ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਦੇਣ ਹੈ। ਇਹ ਸਾਡੇ ਕਰਕੇ ਨਹੀਂ। ਤੁਸੀਂ ਕਹਿ ਰਹੇ ਹੋ ਵੀ ਕਿਸਾਨਾਂ ਨੇ ਚੀਕਾਂ ਵੱਜ ਰਹੀਆਂ, ਕਿਸਾਨ ਰੋ ਰਹੇ ਆ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਯਾਨੀ ਸਾਹਿਬ ਬਹੁਤ ਬਜ਼ੁਰਗ ਨੇ, ਮੈਂ ਪਾਰਟੀ ਦੀ ਗੱਲ ਕਰਦਾ ਉਹਦੇ ਜੋ, ਪਰ ਕਿਸਾਨ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਤਾਂ ਚੀਕਾਂ ਵੱਜ ਰਹੀਆਂ? ਖੁਸ਼ੀਆਂ ਹੋ ਰਹੀਆਂ ਨੇ, ਇਹਦੇ ਪਿੱਛੇ ਵੀ ਕੈਪਟਨ ਰਾਜ ਜ਼ਿੰਮੇਵਾਰ ਹੈ। ਯਾਨੀ ਸਾਹਿਬ, ਫਿਰ ਇਹ ਲੋਕ ਕੈਪਟਨ ਦੇ ਦਰ ਤੇ ਬੈਠੇ ਹੁੰਦੇ। ਇਹ ਪਟਿਆਲੇ ਨੂੰ ਬੰਦ ਕੀਤਾ ਹੁੰਦਾ ਇਹ ਲੋਕਾਂ ਨੇ।
ਇਹ ਦਿੱਲੀ ਦੇ ਰਾਹ ਤੇ ਕਿਉਂ ਆਏ ਹੋਏ ਆ? ਤੋਰੋ ਤਾਂ ਕੈਪਟਨ ਵੱਲ ਨੂੰ ਚਲਾ। ਤੁਸੀਂ ਤਾਂ ਕਹਿੰਦੇ ਹੋ ਸਭ ਤੋਂ ਵੱਧ ਸਾਡੇ ਕੋਲ ਆਰਐਸਐਸ ਦੇ ਪ੍ਰਚਾਰਕ ਨੇ, ਹੋਰ ਆ। ਤੁਸੀਂ ਕਿਹਨੂੰ ਕਮਲਾ ਬਣਾਉਂਦੇ ਹੋ? ਇਹਨਾਂ ਨੂੰ ਕਮਲਾ ਬਣਾਉਂਦੇ ਹੋ ਜਿਹੜੇ ਦੁਨੀਆ 'ਚ ਰਾਜ ਕਰ ਰਹੇ ਆ, ਦੁਨੀਆ 'ਚ ਜਿਨ੍ਹਾਂ ਦੇ ਬੱਚੇ, ਜੇ ਸਿਐਟਲ ਚਲੇ ਜਾਓ ਜਿਹੜੀ ਸਭ ਤੋਂ ਬੋਇੰਗ ਦੀ ਕੰਪਨੀਆਂ ਜਹਾਜ਼ਾਂ ਦੀ, ਉਹ 'ਚ ਸਾਡੇ ਸਭ ਤੋਂ ਵੱਧ ਪੰਜਾਬੀ। ਕਿਤੇ ਹੋਰ ਚਲੇ ਜਾਓ ਤਾਂ ਸਾਡੇ ਪੰਜਾਬੀ। ਕਹਿ ਦੋ ਜਾ ਕੇ ਉੱਥੇ ਵੀ ਭਾਈ ਕੈਪਟਨ ਨੇ ਤੁਹਾਨੂੰ ਜਿਹੜਾ ਹੈ ਉਹ ਨੁਕਸਾਨ ਕੀਤਾ ਏ। ਮੈਂ ਤਾਂ ਉਹ ਲਫ਼ਜ਼ ਨਹੀਂ ਵਰਤ ਸਕਦਾ ਵੀ ਚੀਕਾਂ ਜਾਂ ਰੋਂਦੇ, ਮੈਂ ਤਾਂ ਉਹਨਾਂ ਦੇ ਬੱਚਾ ਏ। ਪਰ ਜੇ ਤੁਸੀਂ ਉਹਨਾਂ ਦੀਆਂ ਚੀਕਾਂ ਤੇ ਰੋਂਦੇ ਆ ਫਿਰ ਤਾਂ ਹੀ ਤੁਹਾਡੀਆਂ ਚੀਕਾਂ ਕਢਾ ਰਹੇ ਆ ਉਹ ਪੰਜਾਬ ਛੱਡ ਕੇ ਫਿਰ ਪੰਜਾਬ ਹੀ ਉਹ ਕੈਪਟਨ ਨੂੰ ਨਜਿੱਠ ਲੈਂਦੇ। ਤੁਹਾਨੂੰ ਤੁਹਾਡੇ ਨਾਲ ਕਾਹਨੂੰ ਦੋ ਹੱਥ ਕਰਨ ਆਏ ਆ? ਤੇ ਤੁਸੀਂ ਉੱਥੋਂ ਕੀ ਕਰਨ ਆਏ ਹੋ? ਤੁਸੀਂ ਉੱਥੋਂ ਦਿੱਲੀ ਕੀ ਕਰਨ ਆਏ ਬੈਠੇ ਹੋ? ਤੁਸੀਂ ਕਮਲਾ ਸਮਝਦੇ ਹੋ? ਯਾਰ ਹੱਦ ਹੀ ਹੋ ਗਈ। ਜਦੋਂ ਪੰਜਾਬ 'ਚ ਗੱਲ ਹੋਊ ਉਹ ਪੰਜਾਬ ਵਾਲਿਆਂ ਨਾਲ ਨਜਿੱਠ ਲੈਣਗੇ, ਪੰਜਾਬ ਵਾਲਿਆਂ ਨਾਲ ਗੱਲ ਕਰਨਗੇ ਜਦੋਂ ਕਰਨੀ ਹੁੰਦੀ ਆ। ਪਰ ਅੱਜ ਤੁਸੀਂ ਆਪ ਦੀ ਗੱਲ ਕਰੋ ਯਾਰ। ਕਦੇ ਤਾਂ ਤੁਸੀਂ ਕਹਿੰਦੇ ਹੋ ਅਸੀਂ ਗੱਲ ਕਰਨ ਨੂੰ ਤਿਆਰ ਆ, ਕਦੇ ਕਹਿੰਦੇ ਹੋ ਸਾਰਾ ਕੁਝ ਮੰਨਣ ਨੂੰ ਤਿਆਰ ਆ ਫਿਰ ਜਦੀ ਬਿਆਨ ਤੁਸੀਂ ਸਵੇਰੇ ਉੱਠ ਕੇ, ਮੈਂ ਤਾਂ ਹੈਰਾਨ ਇਹ ਦੋ ਯਾਰ ਬੰਦੇ। ਇੱਕ ਨਾ ਜੇ ਕਿਤੇ ਕੋਈ ਕਾਨੂੰਨ 'ਚ ਮਾਫੀ ਹੋਵੇ ਵੀ ਕਿਸੇ ਨੂੰ ਕਾਨੂੰਨ ਕੁਝ ਨਹੀਂ ਕਹਿੰਦਾ, ਇਹ ਦੋਵਾਂ ਨਾਲ ਤਾਂ ਨਜਿੱਠੀਏ ਸਭ ਤੋਂ ਪਹਿਲਾਂ। ਇੱਕ ਲੋਕਤੰਤਰ 'ਚ ਉਹ 'ਚ ਬੋਲ ਹੀ ਨਹੀਂ ਸਕਦੇ, ਕੁਝ ਕਹਿ ਹੀ ਨਹੀਂ ਸਕਦੇ ਲੋਕ, ਤਾਂ ਸੁਣੀ ਜਾਂਦੇ। ਨਹੀਂ, ਰਜਾਈ ਨਹੀਂ ਲਾਈ ਹੁੰਦੀ ਸਵੇਰੇ ਕਿਸਾਨਾਂ ਨੇ ਜਦੋਂ ਉੱਠਿਆ, ਜਦੋਂ ਇਹ ਅੱਤਵਾਦੀ ਕਹਿੰਦੇ ਆ, ਜਦੋਂ ਇਹ ਨੈਕਸਲਾਈਟ ਕਹਿ ਦਿੰਦੇ ਆ, ਜਦੋਂ ਇਹ ਕਹਿੰਦੇ ਆ ਵੀ ਜਮਾ ਨਹੀਂ ਮੰਨਦੇ, ਕਰ ਲੋ ਜੋ ਕਰਨਾ। ਇਸ ਕਰਕੇ ਯਾਰ ਇਹ ਦੋ ਬੰਦਿਆਂ ਨੇ ਸਾਰਾ ਮਤਲਬ ਮੈਂ ਸਮਝਦਾ ਇੰਨੀ ਲਾਹਨਤ ਜੇ ਕਿਸੇ ਨੇ ਖੱਟੀ ਆ ਜਿਆਨੀ ਸਾਹਿਬ ਤੇ ਆ ਗਰੇਵਾਲ ਨੇ, ਮੈਂ ਕਹਿੰਦਾ ਧੋਬਾਈ ਭਲੀਆ। ਪਤਾ ਨਹੀਂ ਭਾਈ ਇਹ ਕਾਹਦੇ ਬਣੇ ਹੋਏ ਆ, ਕਿਹੜਾ ਆਰਐਸਐਸ ਦਾ ਇਹਨਾਂ ਤੇ ਰੰਗ ਚੜਿਆ ਹੋਇਆ, ਕਿਵੇਂ ਇਹਨਾਂ ਤੇ ਚੜਾਇਆ ਰੰਗ, ਇਹ ਸਮਝ ਤੋਂ ਬਾਹਰ ਆ। ਜਾਂ ਕੀ ਇਹਨਾਂ ਨੂੰ ਲਾਲਚ ਦਿੱਤਾ ਵੀ ਤੁਹਾਨੂੰ ਅਸੀਂ ਕੀ ਬਣਾਵਾਂਗੇ, ਇਹ ਦੱਸ ਸਕਦੇ ਆ ਜਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਪਰ ਕੱਲਿਆਂ ਨੇ ਅੱਗ ਲਾਈ ਪਈ ਆ, ਦੋਨਾਂ ਨੇ ਸਮਝਦਾ ਵਫਾਦਾਰੀ ਨਿਭਾ ਰਹੇ ਨਾ ਆਪਣੀ ਪਾਰਟੀ ਪ੍ਰਤੀ, ਪੰਜਾਬ ਨੂੰ ਭੁੱਲ ਕੇ ਇਸ ਵਿੱਚ। ਚਲੋ ਉਹਨਾਂ ਨੂੰ ਮੁਬਾਰਕ ਨਿਭਾਈ ਜਾਣ। ਮੈਂ ਤਾਂ ਇਦੋਂ ਵੱਧ ਇੱਕ ਆਖਰੀ ਸਵਾਲ ਬਿੱਟੂ ਜੀ ਤੁਹਾਡੇ ਤੱਕ, ਕਿਉਂਕਿ ਬਹੁਤ ਸਾਰੀਆਂ ਖਬਰਾਂ ਸ਼ਾਇਦ ਤੁਸੀਂ ਵੀ ਸੁਣੀਆਂ ਹੋਣਗੀਆਂ, ਅਸੀਂ ਵੀ ਸੁਣੀਆਂ। ਅਕਸਰ ਲੋਕ ਇਹ ਕਹਿ ਦਿੰਦੇ ਨੇ ਕਿ ਰਵਨੀਤ ਬਿੱਟੂ ਹੋਣੀ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਸਹਿਮਤ ਨਹੀਂ ਨੇ, ਉਹਨਾਂ ਦੇ ਉੱਤੇ ਉਂਗਲੀ ਗਾਹੇ ਬਗਾਹੇ ਅਠਾਉਂਦੇ ਰਹਿੰਦੇ ਨੇ। ਕੀ ਜਵਾਬ ਦੇਣਾ ਚਾਹੋਗੇ? ਸਹਿਮਤ ਹੋ ਜਾਂ ਫਿਰ ਨਹੀਂ ਸਹਿਮਤ? ਸਾਡਾ ਕੰਮ ਹੀ ਇਹ ਹੈ ਬਾਹਰ ਬੈਠਿਆਂ ਦਾ। ਸਾਨੂੰ ਪਤਾ ਵੀ ਇਹ ਕਿਸ ਤਰੀਕੇ ਨਾਲ ਖਰਾਬੀ ਕਰ ਸਕਦੇ ਆ। ਮੈਂ ਸਭ ਤੋਂ ਪਹਿਲਾਂ ਮੈਂ ਬਿਆਨ ਦਿੱਤਾ ਸੀ ਨਾ ਵੀ ਇਹ ਖਾਲਿਸਤਾਨੀ ਵਾਲੀ ਗੱਲ ਕਰਨਗੇ, ਇਹ ਮਾਓਸ ਦੀ ਗੱਲ ਕਰਨਗੇ, ਇਹ ਆ ਜਿਹੜਾ ਸਿਟੀਜ਼ਨ ਅਮੈਂਡਮੈਂਟ ਵਾਲੇ ਐਕਟ ਆ ਵੀ ਕਿਸੇ ਨੂੰ ਵੜਨ ਨਾ ਦਿਓ, ਉਹ ਕੁਦਰਤੀ ਅਗਲੇ ਦਿਨ ਉਹ ਆ ਵੜੇ। ਚਾਹੇ ਦਾਦੀ ਆ ਗਈ ਸ਼ੀਨ ਬਾਗ ਵਾਲੀ, ਦੂਜੀ ਆ ਗਈ, ਜੁੱਤੀਆਂ ਮਾਰ ਕੇ ਉਹਨਾਂ ਨੇ ਬੈਨ ਕੀਤਾ ਵੀ ਖਬਰਦਾਰ ਜੇ ਕੋਈ ਸਟੇਜ ਤੇ ਇਹੋ ਜਿਹਾ ਬੋਲਿਆ, ਜੇ ਇੱਥੇ ਬੈਨਰ ਬੈਨ। ਫਿਰ ਮੈਂ ਸਹੀ ਸੀ ਜਾਂ ਗਲਤ ਸੀ? ਜਿਹੜੇ ਖਾਲਿਸਤਾਨ ਦੀ ਗੱਲ ਉੱਥੇ ਕਰਦੇ ਸੀ, ਹੁਣ ਮੈਂ ਨਾਂ ਲਵਾਂ ਚੰਗਾ ਨਹੀਂ, ਕਿਉਂਕਿ ਇਸ ਵੇਲੇ ਸਭ ਇਕੱਠੇ ਹੋ ਕੇ ਲੜ ਰਹੇ ਆ। ਤੁਹਾਨੂੰ ਵੀ ਪਤਾ ਵੀ ਉੱਥੇ ਸਟੇਜ ਕਿਹਦੀ ਤੋਂ ਖਾਲਿਸਤਾਨ ਦੀ ਗੱਲ ਹੁੰਦੀ। ਸਮਾਂ ਹੀ ਨਹੀਂ ਕੰਟਰੋਵਰਸੀ। ਮੈਂ ਉਹੀ ਕਹਿੰਦਾ ਨਾ, ਉਹ ਸਟੇਜ ਤੇ ਅਗਲਿਆਂ ਨੇ ਬੋਲਣ ਨਹੀਂ ਦਿੱਤਾ ਇਹ 'ਚ। ਤੇ ਜੇ ਕੋਈ ਵੀ ਆਉਂਦਾ, ਅੱਜ ਮੈਂ ਦੇਖ ਰਿਹਾ ਸੀ ਉਹ ਸਿੰਗਰ ਆਇਆ ਸੀ, ਹਜ਼ਾਰਾਂ ਸਿੰਗਰ ਆ ਗਏ, ਜੋ ਵੀ ਆਇਆ ਸੀ ਆਪਣਾ ਕੀ ਨਾਮ ਉਹਦਾ, ਜੈਜ਼ੀ ਬੀ, ਉਹ ਅੱਜ ਮੈਂ ਪਰ ਪੰਜਾਬੀ ਆ, ਮੈਂ ਉਹਦੀ ਗੱਲ ਨਹੀਂ ਕਰ ਰਿਹਾ। ਬੇਸ਼ੱਕ ਉੱਥੇ ਉਹਨੇ ਖਾਲਿਸਤਾਨ ਦੀ ਗੱਲ ਕੀਤੀ, ਅੱਜ ਸਟੇਜ ਤੇ ਨਹੀਂ ਕੀਤੀ। ਅੱਜ ਉਹਨੇ ਪੰਜਾਬ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ, ਅੱਜ ਪੰਜਾਬ ਬਾਰੇ ਦਰਸਾਇਆ। ਤੇ ਅੱਜ ਅਸੀਂ ਪੰਜਾਬੀ ਪਹਿਲਾਂ ਸਾਰੇ ਇਕੱਠੇ ਆ ਤੇ ਕਿਸਾਨ ਯੂਨੀਅਨ ਲੀਡਰਾਂ ਲਈ ਮਰਨ ਮਰਾਉਣ ਤੱਕ ਜਾਵਾਂਗੇ, ਉਹਨਾਂ ਦੇ ਹੁਕਮ ਤੱਕ। ਪਰ ਮੈਂ ਜਦੋਂ ਇਹ ਗਾਹ ਕੀਤਾ ਸੀ ਵੀ ਬਹੁਤ ਬਚ ਕੇ ਇਹ ਕੋਸ਼ਿਸ਼ਾਂ ਜਿਹੜੀਆਂ ਇਹ ਬਾਰ-ਬਾਰ ਕਰਦੇ ਨੇ, ਕਿਉਂ ਗੱਲਬਾਤ ਕਾਹਦੀ ਕਰਨੀ ਹੈ ਹੁਣ ਇਹਨਾਂ ਨਾਲ? ਜੇ ਦੇਖਿਆ ਜਾਵੇ ਉੱਥੇ ਲੱਖਾਂ ਲੋਕ ਬੈਠੇ ਆ, ਇਹ ਦਲਾਲ ਆ ਪਿਊਸ਼ ਗੋਇਲ ਜੀ ਨਾਲ ਗੱਲ ਕਰਨ ਆਉਣੇ ਆ, ਜਿਹਨੇ ਸਾਰਾ ਕੁਝ ਅਮਾਨੀ ਅਡਾਨੀ ਦਾ ਦਲਾਲ ਇਹ ਆ, ਦੱਲਾ ਇਹ ਆ। ਇਹਦਾ ਫਾਦਰ ਪਿਊਸ਼ ਗੋਇਲ ਦਾ ਪਹਿਲਾਂ ਖਜ਼ਾਨਚੀ ਸੀ ਬੀਜੇਪੀ ਦਾ, ਹੁਣ ਇਹ ਖਜ਼ਾਨਚੀ ਰਿਹਾ। ਪੈਸਾ ਤਾਂ ਸਾਰਾ ਉਹਨਾਂ ਤੋਂ ਇਹਨਾਂ ਨੇ ਲਿਆ ਹੋਇਆ। ਰਿਟੇਲ ਦਾ ਬਿਜ਼ਨਸ ਆ ਜਿਹੜਾ 12,000 ਬਿਲੀਅਨ ਦਾ ਰਿਟੇਲ ਦਾ ਖੁਦਰਾ ਬਾਜ਼ਾਰ ਤੇ ਜਿਹਨੂੰ ਆਪਾਂ ਪਰਚੂਨ ਕਹਿੰਦੇ ਆ, ਉਹਦੇ ਵਿੱਚ ਸਭ ਬੜੇ ਤੋਂ ਬੜੇ ਦੁਨੀਆ ਦੇ ਕੰਪਨੀਆਂ ਨੇ ਨਿਵੇਸ਼ ਕੀਤਾ ਹੈ। ਉਹਨਾਂ ਕਰਕੇ ਤਿੰਨੋਂ ਬਿੱਲ ਬਣਾਏ ਆ। ਬਣਾਉਣ ਵਾਲਾ ਟ੍ਰੇਡ ਤੇ ਕਮਰਸ ਮਿਨਿਸਟਰ ਕੌਣ ਆ? ਪਿਊਸ਼ ਗੋਇਲ। ਉਹਦੇ ਨਾਲ ਅਸੀਂ ਮਹੱਤਵ ਕਰੀ ਜਾਂਦੇ ਆ ਮੀਟਿੰਗਾਂ ਆ ਕੇ। ਉਹਦਾ ਜਦੀ ਦਦਮ ਤਾਂ ਸਾਈਨ ਕਹਿੰਦੇ ਤਿਆਰ ਤਾਂ ਕਾਂਗਰਸ ਵਾਲਿਆਂ ਨੇ ਕੀਤੇ ਸੀ, ਅਸੀਂ ਤਾਂ ਬਸ ਆ ਕੇ ਲਾਗੂ ਕੀਤੇ ਨੇ। 7 ਸਾਲ ਬਾਅਦ ਹਜੇ ਵੀ ਤੁਹਾਨੂੰ ਕਾਂਗਰਸ ਯਾਦ ਆਈ ਜਾਂਦੀ ਆ? ਦੂਜੀ ਵਾਰ ਸਰਕਾਰ ਬਣ ਗਈ। ਉਹਨਾਂ ਨੂੰ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਵੀ ਹਜੇ ਵੀ ਯਾਦ ਆਉਂਦੇ ਨੇ। ਨਹੀਂ, ਮੈਂ ਤਾਂ ਇਹੀ ਕਹਿਣਾ, ਫਿਰ ਸਾਨੂੰ ਸੱਤਾ ਸੰਭਾਲ ਦਿਓ ਯਾਰ। ਤੁਸੀਂ ਕੰਮ ਕਰੋ, ਤੁਸੀਂ ਕੰਧ ਨਹੀਂ ਬੈਠੇ ਹੋ। ਜੇ ਸਾਡਾ ਹੀ ਕੰਮ ਕਰ ਰਹੇ ਹੋ, ਸਾਡੇ ਜਿਹੜੇ ਕੰਮ ਨੇ ਕੀਤੇ ਹੋਏ ਲਾਗੂ ਕਰ ਰਹੇ ਹੋ, ਤੇ ਫਿਰ ਤੁਸੀਂ ਕੀ ਛੁਣਛਣਾ ਫੜਨਾ ਉਰੇ?
ਮੈਂ ਬਾਰ-ਬਾਰ ਇਹ ਗੱਲ ਕਹਿਣਾ ਵੀ ਜੇ ਅਸੀਂ ਕੋਈ ਕਮੀ ਛੱਡੀ, ਗਲਤੀਆਂ ਕੀਤੀਆਂ ਤੇ ਅੱਜ 40 ਤੇ ਵੀ ਆਏ ਬੈਠੇ ਆ। ਇਹ 2 ਤੋਂ 300 ਤੋਂ ਉੱਤੇ ਬੈਠੇ ਆ, ਕਰੀ ਜਾਣ। ਇਹ ਗੱਲ 'ਚ ਲੋਕਾਂ ਨੂੰ ਗਮਰਾਹ ਕਰਨਾ, ਉਹ ਲੋਕ ਕਿਤੇ ਸਮਝਦੇ ਨਹੀਂ ਵੀ ਕਾਂਗਰਸ ਦੀ ਯਾਰ ਤੁਸੀਂ ਭਲੇ ਬਾਣਸ ਹੋ, ਤੁਹਾਨੂੰ ਕੋਈ ਜਾਣਦਾ ਨਹੀਂ, ਤੁਸੀਂ ਕਿੰਨੇ ਕੁ ਚੰਗੇ ਮਾੜੇ ਹੋ ਵੀ ਕਾਂਗਰਸ ਦੀਆਂ ਨੀਤੀਆਂ ਲਾਗੂ ਕਰ ਰਹੇ ਹੋ। ਸ਼ਰਮ ਨਹੀਂ ਆਉਂਦੀ ਇਹ ਗੱਲ ਕਰਦੇ ਯਾਰ। ਹੁਣ ਜੇ ਜ਼ਰੂਰਤ ਆ ਤਾਂ ਲਓ ਵੀ ਆਪਣੇ ਤੇ, ਹਿੰਮਤ ਆ ਤਾਂ ਲਓ ਵੀ ਆਪਣੇ ਤੇ। ਕਾਂਗਰਸ ਦੀ ਕਾਹਨੂੰ ਗੱਲ ਕਰਦੇ ਹੋ ਹੁਣ ਤੁਸੀਂ? ਕਾਂਗਰਸ ਦਾ ਨਾ ਰੌਲਾ ਨਾ ਕੋਈ ਦੇਣਾ ਵਿੱਚ। ਇਸ ਕਰਕੇ ਸੂਬੇ ਤੁਹਾਡੇ ਕੋਲ ਨੇ, ਮੁੱਖ ਮੰਤਰੀ ਤੁਹਾਡੇ ਆ, ਸਰਕਾਰਾਂ ਤੁਹਾਡੀਆਂ ਏ। ਕਾਂਗਰਸ ਤੁਹਾਨੂੰ ਹਜੇ ਵੀ ਸੁਪਨਿਆਂ 'ਚ ਯਾਦ ਆਈ ਜਾਂਦੀ ਹੈ, ਹਜੇ ਵੀ ਕਾਂਗਰਸ ਦੀ ਗੱਲ ਕਰਦੇ ਹੋ। ਜਿੰਨਾ ਪ੍ਰਧਾਨ ਮੰਤਰੀ ਦਾ ਲੈਕਚਰ ਸੀਗਾ ਉਹ ਕਾਂਗਰਸ ਤੇ ਹੀ ਸੀ। ਹਜੇ ਵੀ ਸੁਪਨੇ ਕਾਂਗਰਸ ਦੇ ਹੀ ਆਉਂਦੇ ਆ ਵੀ ਸਕੀਮਾਂ ਵੀ ਅਸੀਂ ਕਾਂਗਰਸ ਦੀਆਂ ਲਾਗੇ। ਕਾਂਗਰਸ ਨੇ ਲਾਗੂ ਕੀਤੀ ਸੀ ਮਨਰੇਗਾ, ਜਿਹ 'ਚ 400 ਕਰੋੜ ਰੁਪਈਆ ਇੱਕ ਜ਼ਿਲ੍ਹੇ 'ਚ ਆਮ ਆਦਮੀ ਦੇ ਘਰੇ 'ਚ ਜਾਂਦਾ। ਰਾਈਟ ਟੂ ਫੂਡ, ਜਿਹੜਾ ਆਟਾ ਦਾਲ ਜਿਹੜਾ ਸਾਰਾ ਮਿਲਦਾ ਏ, ਆ ਕਰੋਨਾ 'ਚ ਮਿਲਿਆ, ਉਹ ਰਾਈਟ ਟੂ ਫੂਡ ਕਾਂਗਰਸ ਨੇ ਕੀਤੀ ਸੀ। ਕਾਂਗਰਸ ਨੇ ਲਿਆਂਦਾ ਸੀ RTI। ਅੱਜ ਪ੍ਰਧਾਨ ਮੰਤਰੀ ਨੂੰ ਵੀ ਕੋਈ ਮਾੜੀ ਜਿਹੀ ਚਿੱਠੀ 10 ਰੁਪਏ ਦੀ ਪਾ ਕੇ ਤੁਸੀਂ ਸਵਾਲ ਕਰ ਸਕਦੇ ਹੋ। ਕਾਂਗਰਸ ਨੇ ਲਿਆਂਦਾ ਸੀ ਜਿਹੜਾ ਮਿਡ ਡੇ ਮੀਲ, ਵੀ ਗਰੀਬ ਬੱਚਾ ਜੇ ਸਕੂਲ ਨਹੀਂ ਆ ਸਕਦਾ ਰੋਟੀ ਵੀ ਉਹਨੂੰ ਘਰੇ ਮਿਲੇ। ਇਹ ਕਾਂਗਰਸ ਦੀਆਂ ਸਕੀਮਾਂ ਲਿਆਂਦੀਆਂ ਹੋਏ ਕਾਂਗਰਸ ਨੇ। ਇਹ ਆਮ ਲੋਕਾਂ ਨੂੰ ਸੋਚ ਕੇ ਲਿਆਂਦੇ ਸੀ। ਇਹ 10 ਦਿਨ ਕਿਹੜੀ ਲੈ ਕੇ ਆਏ ਆ? ਹੁਣ ਮੈਂ ਤੁਹਾਨੂੰ ਗਿਣਾਤੀਆਂ ਵੀ ਆਹ ਕਾਂਗਰਸ ਦੀਆਂ ਆਮ ਬੰਦਿਆਂ ਲਈ ਸਕੀਮਾਂ ਸੀ। ਬੇਸ਼ੱਕ ਉਹ ਬੈਂਕਾਂ 'ਚੋਂ ਫਾਇਦਾ ਸਰਮਾਏਦਾਰਾਂ ਨੂੰ ਵੀ ਦਿੰਦੇ ਹੋਣਗੇ, ਮੈਂ ਨਹੀਂ ਕਹਿੰਦਾ ਸਰਕਾਰਾਂ ਚੱਲਦੀਆਂ, ਪਾਰਟੀਆਂ ਫੰਡ ਲੈਂਦੀਆਂ, ਇਲੈਕਸ਼ਨ ਲੜੀਆਂ ਜਾਂਦੀਆਂ, ਪਰ ਨਾਲ ਦੀ ਨਾਲ 80% ਤੁਹਾਨੂੰ ਆਮ ਆਦਮੀ ਨਹੀਂ, 20% ਤੁਸੀਂ ਅਮੀਰਾਂ ਲਈ ਵੀ ਕਰ ਸਕਦੇ ਹੋ। ਇੱਥੇ ਤਾਂ ਪਰ ਉਲਟਾ ਹੋ ਗਿਆ। ਇੱਥੇ ਤਾਂ 90 ਉਹਨਾਂ ਲਈ 10% ਆ ਜਿਹੜਾ, ਉਹ ਵੀ ਜਿਹੜਾ ਦੇ ਦਿੰਦੇ ਹੋ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੀ ਗੱਲ ਕਰਦੇ ਹੋ, ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਬੀਮਾ ਦੀ ਗੱਲ ਕਰਦੇ ਹੋ। ਬੀਮਾ ਕਿਹਨੂੰ ਦਿੰਦੇ ਹੋ? ਉਹ ਵੀ 15,000 ਕਰੋੜ ਰੁਪਇਆ ਰਿਲਾਇੰਸ ਵਾਲਾ ਕਮਾ ਗਿਆ ਉਹ 'ਚ ਵੀ। ਇਸ ਕਰਕੇ ਮਤਲਬ ਯਾਰ ਹੁਣ ਮੈਂ ਕੀ ਕਹਾਂ ਵੀ ਇਹਨਾਂ ਨੂੰ ਇਹ ਨਹੀਂ ਵੀ ਅੰਨਦਾਤਾ ਜਿਹੜਾ ਉਹਨੇ 130 ਕਰੋੜ ਲੋਕਾਂ ਨੂੰ ਕਰੋਨਾ 'ਚ ਢਿੱਡ ਭਰਿਆ। ਆ ਤਾਂ ਹੁਣ ਭਰਿਆ ਏ, ਬਾਹਲਾ ਟਾਈਮ ਨਹੀਂ ਹੋਇਆ। ਤੇ ਫਿਰ ਮਤਲਬ ਕਈ ਵਾਰ ਕੀ ਹੁੰਦਾ ਨਾ ਵੀ ਵਿਨਾਸ਼ ਕਾਲ ਕੀ ਕਹਿੰਦੇ ਹੁੰਦੇ ਆ, ਉਹ ਮਰੀਦ ਬੁੱਧੀ। ਉਸ ਕਰਕੇ ਇਹ ਮੋਦੀ ਸਾਹਿਬ ਦੇ ਵਿੱਚ ਕੋਈ ਨਾ ਕੋਈ ਐਸੀ ਰੂਹ, ਐਸੀ ਆਤਮਾ ਆ ਗਈ ਜਿਹੜਾ ਕਿ ਟੋਟਲ ਚਾਹ ਵਾਲੇ ਤੋਂ ਤਬਦੀਲੀ ਹੋ ਕੇ ਇਸ ਵੇਲੇ, ਪਰ ਮੈਂ ਹੁਣ ਕਹਿੰਦਾ ਨਹੀਂ ਪ੍ਰਧਾਨ ਮੰਤਰੀ ਆ, ਇਹੋ ਜਿਹੇ ਜਿਹੜੇ ਬੰਦੇ ਆ ਨਾ, ਉਹਨਾਂ ਦਾ ਨਾਂ ਹਿਸਟਰੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਹਿਟਲਰ ਤੋਂ ਸ਼ਾਇਦ ਪਹਿਲਾਂ ਆਜੂ ਜਾਂ ਹਿਟਲਰ ਤੋਂ ਬਾਅਦ ਚ ਆਜੂ। ਇੰਨਾ ਹੀ ਅੰਤਰ ਰਹੂਗਾ। ਸੋ ਬਿਲਕੁਲ ਰਵਨੀਤ ਬਿੱਟੂ ਹੋਣੀ ਜੰਤਰ ਮੰਤਰ ਧਰਨੇ ਦੇ ਉੱਤੇ ਬੈਠੇ ਹੋਏ ਨੇ। ਸਾਰੇ ਮੈਂਬਰ ਪਾਰਲੀਮੈਂਟ, MLAs ਦੀਆਂ ਡਿਊਟੀਆਂ ਕਾਂਗਰਸ ਪਾਰਟੀ ਨੇ ਲਗਾ ਦਿੱਤੀਆਂ ਨੇ ਕਿ ਭਾਈ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਚੱਲਦਾ ਹੈ ਇਹ ਕਾਨੂੰਨ ਰੱਦ ਨਹੀਂ ਹੁੰਦੇ। ਤੁਸੀਂ ਵੀ ਰਾਤ ਸੜਕਾਂ ਤੇ ਰੁਕੋ, ਤੁਸੀਂ ਵੀ ਇਹ ਦਰਦ ਜਾਣੋ ਕਿ ਠੰਡ ਦੇ ਵਿੱਚ ਕਿਸਾਨ ਜਾਂ ਕਿਸਾਨ ਜਥੇਬੰਦੀਆਂ ਦੇ ਆਗੂ ਕਿਸ ਤਰੀਕੇ ਦੇ ਨਾਲ